नानक मनै जिस सिमरत सो होए सगले दूह जाहे तिस साहिब की टेक नानक मनै माहे जिस सिमरत सो होए सगले दुख जाए सुखो टल गुर सेवी आमिस सहज दर्शन परसय जन्म मरण होवै सिफत कसा नूरे हरसों कुरसों तुद डिठे सचे मल जन्म तुद डिठे सचे पातशाह जन्म सतनाम श्री वाहिगुरु साहिब जीओ। वडहंस महला तीजा पदिया एक ओंकार सतगुर प्रसाद सच्ची बाणी सच धुन सच शब्द विचारा अंदिन सच सलाहना धन धन वडभाग हमारा। मन मेरे साचे नाम विटों बल जाओ दासन दासा होए रहा ता पावे सच्चा नाओ। सच्ची बाणी सच धुन सच शब्द विचारा। वाहिगुरु जी का खालसा वाहिगुरु जी की फतेह। गरीब नवाज पतत पावन सतगुरु गुरु ग्रंथ साहिब जियां दी पवित्र पावन हजूरी दा आनंद मान रही गुरु की संगत। सतगुरां ने गुरबाणी दे लाहे सानू बख्शिश कीते ने। गुरमुख वड्डियां भागां वालियां ਉਹ रूहां ਹਨ, ਉਹ शरीर ਹਨ ਜਿਹੜੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਗੁਰੂ ਕੀ ਬਾਣੀ ਆਪ ਸੰਗਤਾਂ ਨੇ ਪੜ੍ਹੀ ਹੈ, ਸਰਵਣ ਕੀਤੀ ਹੈ। ਇਸ ਵੇਲੇ ਆਪਾਂ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਸ਼ਬਦ ਦੀ ਵਿਚਾਰ ਸਰਵਣ ਕਰਦੇ ਹਾਂ। ਆਓ ਕੁਝ ਸਮੇਂ ਵਾਸਤੇ ਆਪਣੇ ਭੜਕਦੇ ਹੋਏ ਮਨ ਨੂੰ ਟਿਕਾਈਏ ਗੁਰੂ ਚਰਨਾਂ ਦੇ ਅੰਦਰ। ਭਾਵਨਾ ਦੇ ਨਾਲ ਸਤਿਗੁਰਾਂ ਦੇ ਇਹ ਜੋ ਅਗੰਮੀ ਬਚਨ ਹਨ ਇਹਨਾਂ ਨੂੰ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ ਪਦਿਆ। ਵਡਹੰਸ ਰਾਗ ਦਾ ਨਾਮ ਹੈ ਕਿ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਬਾਣੀ ਇਥੋਂ ਅਸ਼ਟਪਦੀਆਂ ਦੇ ਰੂਪ ਦੇ ਵਿੱਚ ਪ੍ਰਾਰੰਭ ਹੋ ਰਹੀ ਹੈ। ਅਸ਼ਟ ਤੋਂ ਭਾਵ ਹੈ 8 ਤੇ ਪਦੀਆਂ ਤੋਂ ਭਾਵ ਹੈ ਪਦ। 8 ਪਦ ਇਸ ਸ਼ਬਦ ਦੇ ਨੇ। 8 ਪੌੜੀਆਂ ਆਪਾਂ ਕਹਿ ਸਕਦੇ। 8 ਪੌੜੀਆਂ ਵਾਲਾ ਇਹ ਜੋ ਸ਼ਬਦ ਹੈ ਉਹ ਆਪਾਂ ਸਰਵਣ ਕਰ ਰਹੇ ਹਾਂ ਤਾਂ ਇਸ ਨੂੰ ਅਸ਼ਟਪਦੀਆਂ ਲਿਖਿਆ। 8 ਪੌੜੀਆਂ ਵਾਲਾ ਸ਼ਬਦ। ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਇਸ ਸ਼ਬਦ ਨੂੰ ਬਖਸ਼ਿਸ਼ ਕਰਨ ਵਾਲੇ ਨੇ। ਵਡਹੰਸ ਰਾਗ ਦੇ ਵਿੱਚ ਸਤਿਗੁਰੂ ਕਿਰਪਾ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਨਾਮ ਪਰਮਾਤਮਾ ਦਾ ਹੈ। ਕਹਿਣ ਲੱਗੇ ਭਾਈ ਉਹ ਜੋ ਪਰਮਾਤਮਾ ਹੈ ਨਾ ਅਕਾਲ ਪੁਰਖ ਉਹ ਇੱਕ ਹੈ।
ਉਸ ਇੱਕ ਦੀ ਪ੍ਰਾਪਤੀ ਕਰਨੀ ਹੈ ਤੇ ਸਤਿਗੁਰ ਪ੍ਰਸਾਦ, ਤੈਨੂੰ ਗੁਰੂ ਦੀ ਰਹਿਮਤ ਲੈਣੀ ਪਵੇਗੀ, ਬਖਸ਼ਿਸ਼ ਲੈਣੀ ਪਵੇਗੀ। ਗੁਰੂ ਕਿਰਪਾ ਕਰੇਗਾ ਤਾਂ ਉਸ ਦੀ ਪ੍ਰਾਪਤੀ ਹੁੰਦੀ ਹੈ। ਸੱਚੀ ਬਾਣੀ ਸੱਚ ਧੁਨ, ਸੱਚ ਸ਼ਬਦ ਵਿਚਾਰਾ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਸੱਚ ਨਿਸ਼ਚੈ ਕਰਕੇ, ਜਿਨ੍ਹਾਂ ਨੇ ਸੱਚੀ ਬਾਣੀ ਨੂੰ, ਸੱਚੇ ਨਾਮ ਨੂੰ ਧੁਨ ਕਹੀਏ ਉਚਾਰਿਆ ਹੈ, ਜਪਿਆ ਹੈ। ਬਾਣੀ ਤੇ ਸੱਚੀ ਹੈ, ਪਰ ਸਾਡੇ ਕੋਲ ਸੱਚਾ ਨਿਸ਼ਚਾ ਨਹੀਂ ਹੈ, ਨਿਸ਼ਚਾ ਭਰੋਸਾ ਨਹੀਂ ਹੈ। ਜਿਨ੍ਹਾਂ ਦੇ ਕੋਲ ਨਾਮ ਦਾ ਭਰੋਸਾ ਹੈ, ਜਿਨ੍ਹਾਂ ਦੇ ਕੋਲ ਗੁਰਬਾਣੀ ਦਾ ਭਰੋਸਾ ਹੈ, ਤੇ ਭਰੋਸਾ ਗੁਰਮੁਖੋ ਉਹਨਾਂ ਨੂੰ ਆਇਆ ਜਿਨ੍ਹਾਂ ਨੇ ਸੱਚ ਨਾਮ ਦੀ ਕਮਾਈ ਕੀਤੀ ਹੈ। ਕਮਾਈ ਬਿਨਾਂ ਭਰੋਸਾ ਨਹੀਂ ਆਉਂਦਾ। ਉਦਾਹਰਨਾਂ ਤੇ ਬੜੀਆਂ ਨੇ ਸਾਡੇ ਕੋਲ, ਉਹਨਾਂ ਉਦਾਹਰਨਾਂ ਤੋਂ ਅਸੀਂ ਇਹ ਗੱਲ ਸਿੱਧ ਕਰ ਸਕਦੇ ਹਾਂ ਵੀ ਜਿਨ੍ਹਾਂ ਨੂੰ ਨਿਸ਼ਚਾ ਸੀ, ਜਿਨ੍ਹਾਂ ਨੂੰ ਭਰੋਸਾ ਸੀ, ਸੱਚੀ ਬਾਣੀ ਵੀ ਉਹਨਾਂ ਨੇ ਪੜ੍ਹੀ ਹੈ। ਬਲਦੇ ਹੋਏ ਭੱਠ ਵਿੱਚ ਕੋਈ ਨਹੀਂ ਬੈਠਿਆ, ਬਲਦੇ ਹੋਏ ਅੰਗੀਠੇ ਵਿੱਚ ਕੋਈ ਨਹੀਂ ਬੈਠਿਆ, ਬਲਦੇ ਹੋਏ ਤੰਦੂਰ ਵਿੱਚ ਕੋਈ ਨਹੀਂ ਬੈਠਿਆ, ਪਰ ਜਿਹਨੂੰ ਨਿਸ਼ਚਾ ਸੀ ਨਾ ਬਾਣੀ ਦੇ ਉੱਪਰ, ਭਰੋਸਾ ਸੀ, ਉਹ ਹੈ ਵਿਧੀ ਚਾਂਦੋ ਬੈਠ ਗਿਆ। ਇੰਨਾ ਨਿਸ਼ਚਾ ਪੱਕਾ ਹੈ, ਇੰਨਾ ਭਰੋਸਾ ਪੱਕਾ ਹੈ ਵੀ ਗੁਰੂ ਦੀ ਬਾਣੀ ਮੇਰਾ ਵਾਲ ਤੱਕ ਨਹੀਂ ਸੜਨ ਦੇਵੇਗੀ, ਮੇਰਾ ਰੋਮ ਤੱਕ ਨਹੀਂ ਸੜੇਗਾ। ਤੇ ਸਾਖੀ ਵੀ ਆਪਣੇ ਸਾਹਮਣੇ ਹੈ, ਉਹ ਇਤਿਹਾਸ ਉਸ ਜਗ੍ਹਾ ਦਾ ਸਾਡੇ ਸਾਹਮਣੇ ਹੈ। ਪੱਟੀ ਸ਼ਹਿਰ ਦੀ ਇਹ ਘਟਨਾ ਹੈ। ਇਹ ਹੈ ਜਿਨ੍ਹਾਂ ਨੂੰ ਨਿਸ਼ਚਾ ਆਇਆ, ਜਿਨ੍ਹਾਂ ਨੂੰ ਭਰੋਸਾ ਆਇਆ ਨਾ, ਉਹਨਾਂ ਨੇ ਭੱਠ ਨੂੰ ਵੀ ਆਖਿਆ ਵੀ ਸਾਡਾ ਕੁਝ ਨਹੀਂ ਵਿਗਾੜੇਗਾ। ਤੇ ਬਾਣੀ ਦੇ ਉੱਪਰ ਭਰੋਸਾ ਆਇਆ ਅਕਾਲੀ ਫੂਲਾ ਸਿੰਘ ਜੀਆਂ। ਅਟਕ ਦਰਿਆ ਨੂੰ ਰੋਕਣ ਵਾਸਤੇ ਜਪਜੀ ਸਾਹਿਬ ਦਾ ਪਾਠ ਕੀਤਾ, ਦਰਿਆ ਨੂੰ ਹੁਕਮ ਕੀਤਾ ਸਾਨੂੰ ਰਸਤਾ ਦੇ, ਕਿਉਂਕਿ ਉਹਨਾਂ ਨੂੰ ਨਿਸ਼ਚਾ ਹੈ, ਸ਼ਬਦ ਦੇ ਉੱਪਰ, ਗੁਰਬਾਣੀ ਦੇ ਉੱਪਰ ਭਰੋਸਾ ਹੈ। ਐਸੀਆਂ ਕਿੰਨੀਆਂ ਕੁ ਉਦਾਹਰਨਾਂ ਆਪਾਂ ਲੈ ਲਈਏ ਜਿਨ੍ਹਾਂ ਨੂੰ ਭਰੋਸਾ ਸੀ ਨਾਮ ਦੇ ਉੱਪਰ, ਉਹਨਾਂ ਨੇ ਵੱਡੇ ਵੱਡੇ ਕਾਰਨਾਮੇ ਸੰਸਾਰ ਵਿੱਚ ਕੀਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੱਚ, ਇਹ ਸੱਚ ਜਾਣਿਓ, ਜਿਨ੍ਹਾਂ ਨੂੰ ਸੱਚ ਦੇ ਨਿਸ਼ਚਾ ਹੋਇਆ ਹੈ। ਬਾਣੀ ਵੀ ਉਹਨਾਂ ਨੇ ਪੜ੍ਹੀ ਹੈ। ਨਿਸ਼ਚੇ ਤੋਂ ਬਿਨਾਂ ਬਾਣੀ ਨਹੀਂ ਜੇ ਪੜ੍ਹੀ ਜਾਂਦੀ, ਭਰੋਸੇ ਬਿਨਾਂ ਬਾਣੀ ਨਹੀਂ ਪੜ੍ਹੀ ਜਾਂਦੀ। ਜੇ ਅਸੀਂ ਕਦੇ ਕਤਾਈ ਕਿਤੇ ਨਿਤਨੇਮ ਕਰ ਲਿਆ, ਕਦੇ ਬਾਣੀ ਪੜ੍ਹ ਲਈ, ਪਰ ਉਹ ਸਾਡਾ ਕਦੇ ਕਦੇ ਦਾ ਨੇਮ ਹੈ। ਸਾਨੂੰ ਭਰੋਸਾ ਨਹੀਂ ਆਇਆ ਕਿ ਜਿਹਨੂੰ ਅਸੀਂ ਪੜ੍ਹਦੇ ਪਏ ਹਾਂ, ਜਿਹਨੂੰ ਅਸੀਂ ਜਪਦੇ ਪਏ ਹਾਂ, ਉਹ ਕੀ ਕਰ ਸਕਦਾ ਹੈ। ਜੇ ਸਾਨੂੰ ਭਰੋਸਾ ਆਇਆ ਹੁੰਦਾ ਤੇ ਅਸੀਂ ਬਾਣੀ ਨੂੰ ਛੱਡ ਕੇ ਅੱਜ ਮੜੀਆਂ ਮਸਾਣਾ ਤੇ ਮੇਲੇ ਨਾ ਲਵਾਉਂਦੇ ਫਿਰਦੇ, ਦੀਵੇ ਨਾ ਜਗਾਉਂਦੇ ਹੁੰਦੇ, ਡਰ ਨਾ ਮਨ ਵਿੱਚ ਬਣਦੇ ਵੀ ਆ ਗੁੱਗਾ ਮੜੀ ਹੈ, ਕਿਉਂਕਿ ਨਿਸ਼ਚਾ ਹੀ ਨਹੀਂ ਹੈ, ਭਰੋਸਾ ਹੀ ਨਹੀਂ ਹੈ। ਨਿਸ਼ਚਾ ਆਇਆ ਭਾਈ ਮੰਝ ਜੀਆਂ, ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਬਚਨ ਤੇ ਭਰੋਸਾ ਹੈ। ਮੜੀ ਨੂੰ ਮੰਨਣਾ ਉਸੇ ਦਿਨ ਤੋਂ ਹੀ ਖਤਮ ਕਰ ਦਿੱਤਾ, ਛੱਡ ਦਿੱਤਾ। ਤੇ ਨਿਸ਼ਚਾ ਆਇਆ ਬਾਬਾ ਰਾਮ ਰਾਏ ਜੀਆਂ ਨੂੰ। ਜਦੋਂ ਔਰੰਗਜ਼ੇਬ ਨੇ ਆਖਿਆ ਨਾ ਰਾਮ ਰਾਏ ਜੀ ਮੇਰੀ ਬੇਗਮ ਦੀ ਜਾਨ ਚਲੇ ਜਾਵੇਗੀ, ਉਹਨੇ ਮਰ ਜਾਣਾ ਹੈ, ਕਿਉਂਕਿ ਬੱਚੇ ਦਾ ਜਨਮ ਨਹੀਂ ਹੋ ਰਿਹਾ ਤੇ ਵੈਦ ਹਕੀਮਾਂ ਦੀਆਂ ਦਵਾਈਆਂ ਕੰਮ ਨਹੀਂ ਕਰਦੀਆਂ। ਤੇ ਬਾਬਾ ਰਾਮ ਰਾਏ ਜੀ ਕਹਿੰਦੇ ਸਾਡੇ ਕੋਲ ਬਾਣੀ ਗੁਰੂ ਨਾਨਕ ਸਾਹਿਬ ਦੀ ਜਪਜੀ ਸਾਹਿਬ ਹੈ, ਸਾਨੂੰ ਭਰੋਸਾ ਹੈ। ਜਪਜੀ ਸਾਹਿਬ ਦਾ ਪਾਠ ਕੀਤਾ, ਬੱਚੇ ਨੂੰ ਜਨਮ ਦਿਵਾਇਆ। ਇਹ ਹੈ ਜਿਨ੍ਹਾਂ ਨੂੰ ਭਰੋਸਾ ਆਇਆ ਸੱਚੇ ਨਾਮ ਦੇ ਉੱਪਰ, ਜਿਨ੍ਹਾਂ ਨੂੰ ਨਿਸ਼ਚਾ ਆਇਆ ਨਾ ਭਾਈ ਬਾਣੀ ਪੜ੍ਹੀ ਵੀ ਉਹਨਾਂ ਦੀ ਸਫਲੀ ਹੈ, ਤੇ ਬਾਣੀ ਪੜ੍ਹ ਕੇ ਸਫਲੇ ਵੀ ਉਹ ਹੋਏ ਨੇ, ਉਹਨਾਂ ਨੇ ਬਾਣੀ ਨੂੰ ਪੜ੍ਹਿਆ। ਅਸੀਂ ਤੇ ਕੇਵਲ ਬਾਣੀ ਦਾ ਵਪਾਰ ਕਰਦੇ ਹਾਂ, ਅਸੀਂ ਤੇ ਬਾਣੀ ਨੂੰ ਪੜ੍ਹਨ ਦਾ ਵਿਖਾਵਾ ਕਰਦੇ ਹਾਂ, ਅਸੀਂ ਤੇ ਬਾਣੀ ਨੂੰ ਪੜ੍ਹਨ ਦੀ ਗਿਣਤੀ ਕਰਦੇ ਹਾਂ। ਇੰਨੇ ਪਾਠ ਕੀਤੇ ਨੇ, ਇੰਨੇ ਪਾਠ ਮੈਂ ਲੋਕਾਂ ਨੂੰ ਕਰਵਾਏ ਨੇ, ਇੰਨੇ ਪਾਠ ਮੈਂ ਵਿਖਾਏ ਨੇ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਸੱਚੀ ਬਾਣੀ ਸੱਚ ਧੋਣਾ, ਜਿਨ੍ਹਾਂ ਨੇ ਸੱਚ ਨਿਸ਼ਚੈ ਕਰਕੇ ਅਕਾਲ ਪੁਰਖ ਦੀ ਸੱਚੀ ਬਾਣੀ ਨੂੰ ਧੁਨ ਕਹੀਏ ਉਚਾਰਿਆ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਹੋ ਸੱਚੀ ਬਾਣੀ। ਬਾਣੀ ਨੂੰ ਗਾਉਣਾ, ਗਾਇਨ ਕਰਨਾ, ਉਚਾਰਨ ਕਰਨਾ। ਪਰ ਸੱਚੀ ਬਾਣੀ ਸਾਨੂੰ ਸਤਿਗੁਰਾਂ ਨੇ ਤੇ ਦੇ ਦਿੱਤੀ ਹੈ ਪਹਿਲੇ ਸਰੂਪ ਤੋਂ ਹੀ ਲੈ ਕੇ, ਪਰ ਭਰੋਸਾ ਸਾਨੂੰ ਨਹੀਂ ਬੱਝਾ ਹੈ, ਨਿਸ਼ਚਾ ਨਹੀਂ ਹੋਇਆ।
ਪਰ ਜਿਨ੍ਹਾਂ ਨੇ ਸੱਚੀ ਬਾਣੀ ਨੂੰ ਨਿਸ਼ਚੇ ਦੇ ਨਾਲ ਉਚਾਰਿਆ ਨਾ, ਸਾਖੀਆਂ ਆਪਾਂ ਨਹੀਂ ਸੁਣਾਈਆਂ, ਕੇਵਲ ਉਦਾਹਰਨ ਦਿੱਤੀ ਹੈ ਵੀ ਸਾਡੇ ਕੋਲ ਆਹ ਇਤਿਹਾਸ ਹੈ। ਜਿਨ੍ਹਾਂ ਨੂੰ ਭਰੋਸਾ ਸੀ ਉਹਨਾਂ ਦਾ ਇਸ ਤਰ੍ਹਾਂ ਬੇੜਾ ਪਾਰ ਹੋਇਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੱਚ ਸ਼ਬਦ ਵਿਚਾਰਾ, ਤੇ ਸ਼ਬਦ ਨਾਮ ਬ੍ਰਹਮ ਹੈ। ਉਹਨਾਂ ਨੇ ਫਿਰ ਬ੍ਰਹਮ ਦੀ ਵਿਚਾਰ ਕੀਤੀ ਹੈ। ਤੇ ਬ੍ਰਹਮ ਦੀ ਵਿਚਾਰ ਤੇ ਉਹੀ ਕਰੇਗਾ ਨਾ ਜਿਹੜਾ ਬ੍ਰਹਮ ਦੀ ਪ੍ਰਾਪਤੀ ਵਾਲਾ ਹੋਵੇਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਜਗਨਨਾਥਪੁਰੀ ਗਏ। ਉੱਥੋਂ ਦੇ ਪੰਡਤ ਪਾਂਡੇ ਜਿਹੜੇ ਸਨ, ਥਾਲੀ ਵਿੱਚ 2 ਦੀਵੇ ਰੱਖ ਕੇ, ਕੁਝ ਮੋਤੀ ਰੱਖ ਕੇ, ਕੁਝ ਫੁੱਲ ਰੱਖ ਕੇ, ਧੂਫਾਂ ਧੁਖਾ ਕੇ ਆਰਤੀ ਉਤਾਰਦੇ ਪਏ। ਮਹਾਰਾਜ ਜੀ ਨੂੰ ਆ ਕੇ ਪੁੱਛਿਆ, ਮਹਾਰਾਜ ਤੁਸੀਂ ਆਰਤੀ ਵਿੱਚ ਕਿਉਂ ਨਹੀਂ ਸ਼ਾਮਲ ਹੋਏ? ਆਪ ਵੀ ਆਰਤੀ ਵਿੱਚ ਆਓ। ਤੇ ਸਤਿਗੁਰੂ ਕਹਿਣ ਲੱਗੇ ਭਾਈ ਉਸ ਅਕਾਲ ਪੁਰਖ ਦੀ ਆਰਤੀ ਤੇ ਹੋ ਹੀ ਰਹੀ ਹੈ, ਬ੍ਰਹਮ ਦੀ ਆਰਤੀ ਤੇ ਆਪਣੇ ਆਪ ਹੀ ਹੋ ਰਹੀ ਹੈ। ਮਹਾਰਾਜ ਸਾਨੂੰ ਤੇ ਦਿਸਦੇ ਹੀ ਨਹੀਂ। ਤੇ ਸਤਿਗੁਰਾਂ ਨੇ ਫਿਰ ਸ਼ਬਦ ਬਖਸ਼ਿਸ਼ ਕੀਤਾ, ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ, ਪਵਨ ਚਵਰੋ ਕਰੇ, ਸਗਲ ਬਨ ਰਾਏ, ਫੁਲੰਤ ਜੋਤੀ, ਕੈਸੀ ਆਰਤੀ ਹੋਏ। ਇਹ ਬਚਨ ਮਹਾਰਾਜ ਨੇ ਲਿਖੇ। ਅਕਾਲ ਪੁਰਖ ਕੈਸੀ ਆਰਤੀ ਤੇਰੀ ਹੋ ਰਹੀ ਹੈ। ਇਹ ਸਾਰਾ ਆਕਾਸ਼ ਜਿਹੜਾ ਥਾਲ ਬਣਿਆ ਹੋਇਆ, ਚੰਦਰਮਾ ਤੇ ਸੂਰਜ ਦੀਵੇ ਜਗਦੇ ਪਏ, ਤਾਰੇ ਜਿਹੜੇ ਨੇ ਮੋਤੀ ਬਣੇ ਹੋਏ ਨੇ, ਧੂਪ ਮਲਿਆਨ ਲੋ, ਮਲਿਆਗਰ ਪਰਬਤ ਦੀ ਜਿਹੜੀ ਸੁਗੰਧੀ ਹੈ ਉਹ ਤੈਨੂੰ ਧੂਪ ਕਰਦੀ ਪਈ ਹੈ। ਪਵਨ ਚਵਰੋ ਕਰੇ, ਹਵਾ ਤੈਨੂੰ ਚੌਰ ਕਰਦੀ ਪਈ ਹੈ। ਤੇ ਸਗਲ ਬਨਰਾਏ ਫੁਲੰਤ ਜੋਤੀ, ਜਿੰਨੀ ਇਹ ਬਨਸਪਤੀ ਹੈ, ਜਿੰਨੇ ਫੁੱਲ ਨੇ, ਇਹ ਤੇਰੇ ਉੱਪਰ ਵਰਖਾ ਕਰਦੇ ਪਏ। ਜਿਨ੍ਹਾਂ ਨੇ ਬ੍ਰਹਮ ਨੂੰ ਜਾਣਿਆ ਹੈ ਉਹਨਾਂ ਨੇ ਇਹ ਬਚਨ ਕੀਤੇ ਨੇ, ਤੇ ਬ੍ਰਹਮ ਨੂੰ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਾਣਿਆ। ਮਹਾਰਾਜ ਕਹਿਣ ਲੱਗੇ ਸੱਚ ਸ਼ਬਦ ਵਿਚਾਰਾ, ਸ਼ਬਦ ਬ੍ਰਹਮ ਦੀ ਜਿਨ੍ਹਾਂ ਨੇ ਵਿਚਾਰ ਕਰਨੀ ਹੈ ਨਾ, ਉਹਨਾਂ ਨੂੰ ਸੱਚ ਨਿਸ਼ਚਾ ਕਰਨਾ ਪਵੇਗਾ। ਨਿਸ਼ਚਾ ਕਰਕੇ ਫਿਰ ਉਹ ਬ੍ਰਹਮ ਦੀ ਵਿਚਾਰ ਕਰਦੇ, ਬ੍ਰਹਮ ਦਾ ਕਥਨ ਕਰਦੇ ਵੀ ਬ੍ਰਹਮ ਹੈ ਕੀ। ਤੇ ਬ੍ਰਹਮ ਇਹ ਹੈ ਜੋ ਸਾਰਿਆਂ ਥਾਵਾਂ ਤੇ ਪਰਮੇਸ਼ਰ ਦੀ ਹੋਂਦ ਨੂੰ ਜਾਣਨਾ, ਸਾਰਿਆਂ ਥਾਵਾਂ ਤੇ ਉਸ ਨੂੰ ਸਮਝਣਾ। ਕਹਿੰਦੇ ਐਸੀ ਦਾਤ ਵਾਲੇ ਹੋਏ ਹਨ। ਅਨਦਿਨ ਸੱਚ ਸਲਾਹਣਾ, ਧਨ ਧਨ ਵਡ ਭਾਗ ਹਮਾਰਾ। ਸਤਿਗੁਰੂ ਬਖਸ਼ਦੇ ਨੇ ਅਨ ਦਿਨ, ਦਿਨੇ ਤੇ ਰਾਤ ਸੱਚੇ ਨਾਮ ਨੂੰ ਸਲਾਹੁਣਾ, ਸੱਚੇ ਨਾਮ ਨੂੰ ਜਪਣਾ। ਸਾਡੇ ਕੋਲ ਅੰਮ੍ਰਿਤ ਵੇਲੇ ਦਾ ਇੱਕ ਸਮਾਂ ਹੈ, ਸਾਡੇ ਕੋਲ ਸੰਧਿਆ ਵੇਲੇ ਦਾ ਇੱਕ ਸਮਾਂ ਹੈ। ਇਹ ਸਾਡਾ ਨਿਤਨੇਮ ਹੈ। ਕਈ ਵਾਰੀ ਅਸੀਂ ਸੋਚਦੇ ਵੀ ਕੇਵਲ ਇਹ ਬਾਣੀ ਅਸੀਂ ਸੰਧਿਆ ਵੇਲੇ ਹੀ ਪੜ੍ਹ ਸਕਦੇ ਹਾਂ, ਕੇਵਲ ਇਹ ਬਾਣੀ ਅੰਮ੍ਰਿਤ ਵੇਲੇ ਪੜ੍ਹ ਸਕਦੇ ਹਾਂ। ਅਸੀਂ ਭੋਜਨ ਜੇ ਦਿਨੇ ਖਾਂਦੇ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਵੀ ਦੁਪਹਿਰੇ ਨਹੀਂ ਖਾ ਸਕਦੇ। ਜੇ ਰਾਤ ਨੂੰ ਖਾਂਦੇ ਹਾਂ, ਸ਼ਾਮ ਨੂੰ ਖਾਂਦੇ ਹਾਂ, ਤਾਂ ਇਹਦਾ ਮਤਲਬ ਇਹ ਨਹੀਂ ਵੀ ਅੱਧੀ ਰਾਤ ਨੂੰ ਨਹੀਂ ਖਾ ਸਕਦੇ। ਉਹ ਤਾਂ ਇੱਕ ਟਾਈਮ ਟੇਬਲ ਹੈ ਸਾਡੇ ਪਰਿਵਾਰ ਦਾ ਵੀ, ਚਲੋ ਸਾਰਿਆਂ ਦਾ ਭੋਜਨ ਬਣਿਆ ਤੇ ਆਪਾਂ ਵੀ ਛਕ ਲਈਏ, ਮੁੜ ਕੇ ਕੰਮਕਾਰ ਕਰਾਂਗੇ। ਪਰ ਭੋਜਨ ਛਕਿਆ ਤੇ ਕਦੋਂ ਵੀ ਜਾ ਸਕਦਾ ਨਾ, ਦੁਪਹਿਰੇ ਵੀ, ਸਵੇਰੇ ਵੀ, ਸ਼ਾਮ ਵੀ, ਰਾਤ ਵੀ। ਇਸੇ ਤਰ੍ਹਾਂ ਗੁਰਮੁਖਾ ਜਿਹੜਾ ਤੇਰਾ ਨਿਤਨੇਮ ਹੈ, ਤੇਰੀ ਜਿਹੜੀ ਬਾਣੀ ਹੈ, ਤੂੰ ਸਵੇਰੇ ਪੜ੍ਹੀ ਹੈ ਤੇ ਇਹਦਾ ਮਤਲਬ ਇਹ ਨਹੀਂ ਵੀ ਤੂੰ ਦੁਪਹਿਰੇ ਨਹੀਂ ਪੜ੍ਹ ਸਕਦਾ, ਸ਼ਾਮ ਨੂੰ ਪੜ੍ਹੀ ਹੈ ਤੇ ਰਾਤ ਨਹੀਂ ਪੜ੍ਹ ਸਕਦਾ। ਮਹਾਰਾਜ ਨੇ ਤੇ ਬਚਨ ਲਿਖੇ ਨੇ, ਦਿਨ ਰਾਤੀਆਂ ਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਤੂੰ ਦਿਨੇ ਵੀ ਜਪ, ਰਾਤ ਵੀ ਜਪ, ਇੰਨਾ ਜਪ ਤੇ ਐਸਾ ਜਪ ਵੀ ਇੱਕ ਨਿਮਖ ਜਿੰਨਾ ਸਮਾਂ ਵੀ ਨਾ ਲੱਗੇ ਤੈਨੂੰ ਰੱਬ ਨੂੰ ਭੁੱਲਣ ਲੱਗਿਆ। ਅਸੀਂ ਤੇ ਕੇਵਲ ਪੁੱਛਦੇ ਪਏ ਹਾਂ ਬਾਣੀ ਕਦੋਂ ਪੜ੍ਹੀਏ, ਨਾਮ ਕਦੋਂ ਜਪੀਏ। ਤੇ ਸਤਿਗੁਰਾਂ ਨੇ ਉਹਦਾ ਉੱਤਰ ਦਿੱਤਾ, ਕਹਿਣ ਲੱਗੇ ਸਾਸ ਸਾਸ ਸਿਮਰੋ ਗੋਬਿੰਦ। ਜਿੰਨਾ ਚਿਰ ਤੈਨੂੰ ਸਾਹ ਆਉਂਦੇ ਪੈਣ ਨਾ, ਹਰੇਕ ਸਾਹ ਦੇ ਨਾਲ ਨਾਮ ਜਪ। ਤੇ ਸਾਹ ਤੇ ਸਾਨੂੰ ਰਾਤ ਨੂੰ ਵੀ ਆਉਣਗੇ, ਦੁਪਹਿਰੇ ਵੀ ਆਉਣਗੇ, ਹਰ ਵੇਲੇ ਆਉਣਗੇ। ਜੇ ਸਾਹ ਸਾਨੂੰ ਹਰ ਵੇਲੇ ਆਉਂਦੇ ਨੇ, ਸਵਾਸ ਅਸੀਂ ਹਰ ਵੇਲੇ ਲੈਂਦੇ ਹਾਂ, ਤੇ ਫਿਰ ਇਹਦਾ ਭਾਵ ਇਹ ਆ ਵੀ ਗੋਬਿੰਦ ਵੀ ਹਰ ਵੇਲੇ ਜਪਿਆ ਜਾ ਸਕਦਾ, ਹਰ ਵੇਲੇ ਜਪਣਾ ਪੈਣਾ, ਹਰ ਵੇਲੇ ਜਪਣ ਦਾ ਹੁਕਮ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਸਾਹਿਬ ਨੂੰ ਜੇ ਗੁਰੂ ਮੰਨਣਾ ਹੈ, ਫਿਰ ਗੁਰੂ ਦੀ ਗੱਲ ਮੰਨਣੀ ਪਵੇਗੀ। ਤੇ ਗੁਰੂ ਇਹ ਬਚਨ ਕਰਦਾ ਹੈ ਵੀ ਸਾਸ ਸਾਸ ਸਿਮਰੋ ਗੋਬਿੰਦ।
ਗੁਰੂ ਇਹ ਬਚਨ ਕਰਦਾ, ਦਿਨ ਰਾਤੀਆਂ ਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਤੈਨੂੰ ਚਾਅ ਬਣਿਆ ਰਵੇ ਦਿਨੇ ਰਾਤ ਉਹਦੇ ਗੁਣ ਗਾਉਣ ਦਾ। ਇੱਥੇ ਮਹਾਰਾਜ ਕਹਿਣ ਲੱਗੇ, ਅਨ ਦਿਨ ਸੱਚ ਸਲਾਹਨਾ। ਗੁਰਮੁਖ ਜਿਹੜੇ ਨੇ ਸੱਚ ਬ੍ਰਹਮ ਨੂੰ, ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਦਿਨੇ ਰਾਤ ਉਹਦੀ ਸਲੋਤ ਕਰਦੇ ਨੇ, ਸਿਫਤ ਕਰਦੇ ਨੇ, ਵਡਿਆਈ ਕਰਦੇ ਨੇ। ਇਸ ਕਰਕੇ ਧੰਨ ਧੰਨ ਵਡਭਾਗ ਹਮਾਰਾ, ਸਾਡੇ ਵੱਡੇ ਭਾਗ ਨੇ ਜੋ ਸਾਨੂੰ ਐਸਾ ਨਾਮ ਜਪਣ ਵਾਸਤੇ ਪ੍ਰਾਪਤ ਹੋਇਆ। ਅਸੀਂ ਬੜੇ ਕਰਮਾਂ ਵਾਲੇ ਹਾਂ। ਆਪਣੇ ਆਪ ਨੂੰ ਸਮਝੀਏ ਵੀ ਸਾਨੂੰ ਗੁਰਸਿੱਖਾਂ ਦੇ ਘਰ ਵਿੱਚ ਜਨਮ ਮਿਲਿਆ, ਤੇ ਸਾਡੇ ਗੁਰੂ ਨੇ ਸਾਡੇ ਜਨਮ ਤੋਂ ਹੀ ਸਾਡੇ ਕੰਨਾਂ ਦੇ ਵਿੱਚ ਨਾਮ ਦੀ ਧੁਨੀ ਪਾਈ ਹੈ, ਨਾਮ ਦਾ ਬਚਨ ਸਾਡੇ ਕੰਨਾਂ ਵਿੱਚ ਪਾਇਆ। ਜਦੋਂ ਕਿਸੇ ਗੁਰਸਿੱਖ ਦੇ ਘਰ ਵਿੱਚ ਬੱਚੇ ਦੀ ਪ੍ਰਾਪਤੀ ਹੁੰਦੀ ਹੈ ਨਾ, ਔਲਾਦ ਦੀ ਪ੍ਰਾਪਤੀ ਹੁੰਦੀ ਹੈ, ਤੇ ਖਾਲਸੇ ਨੇ ਮਰਿਆਦਾ ਬਣਾ ਦਿੱਤੀ। ਕਹਿਣ ਲੱਗੇ, ਮਾਂ ਦਾ ਦੁੱਧ ਪਿਲਾਉਣ ਤੋਂ ਪਹਿਲਾਂ ਉਸ ਨੂੰ ਅੰਮ੍ਰਿਤ ਮੂੰਹ ਦੇ ਵਿੱਚ ਪਾਇਆ ਜਾਏ। ਇਹ ਮਰਿਆਦਾ ਹੈ। ਤੇ ਅੰਮ੍ਰਿਤ ਤਿਆਰ ਕਰਨ ਵਾਸਤੇ ਬੱਚੇ ਦੇ ਕੋਲ ਬੈਠ ਕੇ, ਮਾਂ ਦੇ ਕੋਲ ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਏ। ਤੇ ਉਸ ਪਾਠ ਨੂੰ, ਉਸ ਨਾਮ ਨੂੰ ਜਿੱਥੇ ਮਾਂ ਸੁਣਦੀ ਪਈ ਹੈ, ਬੱਚਾ ਵੀ ਸੁਣਦਾ ਪਿਆ। ਇਹ ਸਾਡੇ ਵੱਡੇ ਭਾਗ ਨੇ। ਸਾਨੂੰ ਜਨਮ ਲੈਣ ਵੇਲੇ ਹੀ ਸਾਡੇ ਕੰਨਾਂ ਵਿੱਚ ਨਾਮ ਦੀ ਧੁਨੀ ਪਈ ਹੈ। ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖੀਏ, ਆਪਾਂ ਕਈ ਵਾਰੀ ਉਦਾਹਰਨ ਇਹ ਸਰਵਣ ਕੀਤੀ ਹੈ। ਸੁਖਦੇਵ ਵਰਗੇ ਜਿਹੜੇ ਰਿਖੀ ਸਨ, 12 ਸਾਲ ਖਲੋਤੇ ਹੀ ਰਹੇ ਸਨ ਆਪਣੇ ਗੁਰੂ ਦੇ ਘਰ ਦੇ ਬਾਹਰ ਜਾ ਕੇ ਵੀ ਮੈਨੂੰ ਨਾਮ ਦੀ ਦਾਤ ਦੇ, ਮੈਂ ਨਾਮ ਜਪਾਂ। ਭਗਤ ਕਬੀਰ ਸਾਹਿਬ ਜੀ ਦਾ ਇਤਿਹਾਸ ਪੜ੍ਹੋ, ਕਿੰਨੇ ਗੇੜੇ ਮਾਰੇ ਰਾਮਾਨੰਦ ਜੀ ਦੇ ਕੋਲ ਜਾ ਕੇ ਵੀ ਮੈਨੂੰ ਨਾਮ ਦੇ ਦਿਓ। ਕਹਿੰਦੇ ਤੈਨੂੰ ਨਹੀਂ ਨਾਮ ਦੇਣਾ। ਕਿਉਂ? ਕਿਉਂਕਿ ਤੂੰ ਨੀਵੀਂ ਜਾਤ ਦਾ ਹੈ, ਤੂੰ ਜਲਾਏ ਜਾਤ ਵਿੱਚੋਂ ਹੈ। ਕਬੀਰ ਜੀ, ਤੁਹਾਨੂੰ ਨਾਮ ਨਹੀਂ ਮਿਲੇਗਾ, ਮੈਂ ਤੇ ਉੱਚੀ ਕੁੱਲ ਵਾਲਿਆਂ ਨੂੰ ਨਾਮ ਦੇਣਾ ਹੈ। ਗੁਰੂ ਦੇ ਮਨ ਵਿੱਚ ਵੀ ਇਹ ਵਿਚਾਰ ਹੈ। ਤੇ ਫਿਰ ਉਹਨਾਂ ਨੇ ਜਿੱਧਰ ਨੂੰ ਗੁਰੂ ਨੇ ਲੰਘਣਾ ਉੱਧਰ ਜਾ ਕੇ ਲੰਮੇ ਪੈ ਜਾਣਾ। ਜਿੱਧਰ ਨੂੰ ਲੰਘਣਾ, ਕੀ ਪਤਾ ਕਿੰਨਾ ਟਾਈਮ ਲੱਗ ਗਿਆ ਹੋਵੇਗਾ। ਫਿਰ ਜਾ ਕੇ ਕਿਤੇ ਗੁਰੂ ਦਾ ਠੇਡਾ ਲੱਗਾ, ਪੈਰ ਵੱਜਿਆ ਤੇ ਉਹਨਾਂ ਦੇ ਮੂੰਹੋਂ ਨਿਕਲਿਆ ਵੀ ਰਾਮ ਕੇ ਰਾਮ ਕਹੋ, ਇਹ ਰਾਮ ਦਿਆ ਬੰਦਿਆ ਰਾਮ ਦਾ ਨਾਮ ਲੈ। ਇਹੋ ਜਿਹਾ ਬਚਨ ਗੁਰੂ ਦੇ ਮੂੰਹੋਂ ਨਿਕਲਿਆ। ਮੂੰਹ ਦੇ ਵਿੱਚੋਂ ਫਿਰ ਕਬੀਰ ਸਾਹਿਬ ਜੀਆਂ ਦੇ ਰਾਮ ਨਹੀਂ ਭੁੱਲਿਆ, ਹਰ ਵੇਲੇ ਰਾਮ 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 ਹੋ ਗਿਆ। ਇਹ ਉਦਾਹਰਨਾਂ ਤਾਂ ਆਪਾਂ ਲਈਆਂ ਨੇ। ਦੁਨੀਆ ਦੇ ਉਹ ਭਗਤ ਜਿਹੜੇ ਮੰਜ਼ਿਲ 'ਤੇ ਪਹੁੰਚੇ ਨੇ, ਉਹਨਾਂ ਨੂੰ ਨਾਮ ਲੈਣ ਲੱਗਿਆਂ ਵੀ ਕਿੰਨੀਆਂ ਮੁਸ਼ੱਕਤਾਂ ਕਰਨੀਆਂ ਪਈਆਂ, ਕਿੰਨੀਆਂ ਮਿਹਨਤਾਂ ਕਰਨੀਆਂ ਪਈਆਂ। ਸੁਖਦੇਵ ਵਰਗੇ 12 ਸਾਲ ਖਲੋਤੇ ਨੇ ਘਰ ਦੇ ਦਰਵਾਜ਼ੇ ਦੇ ਬਾਹਰ। ਕਬੀਰ ਸਾਹਿਬ ਵਰਗੇ ਰਸਤੇ ਵਿੱਚ ਲੇਟਦੇ ਨੇ, ਕਦੇ ਲੰਮੇ ਪੈਂਦੇ, ਕਦੇ ਗੇੜਾ ਕੱਢਦੇ। ਪਰ ਤੂੰ ਗੁਰੂ ਦੇ ਸਿੱਖ ਦੇ ਘਰ, ਗੁਰਸਿੱਖਾਂ ਦੇ ਘਰ ਪੈਦਾ ਹੋਇਆ। ਤੈਨੂੰ ਮਾਂ ਦੇ ਦੁੱਧ ਤੋਂ ਵੀ ਪਹਿਲਾਂ ਖਾਲਸੇ ਨੇ ਮਰਿਆਦਾ ਬਣਾਈ, ਬੱਚੇ ਦੇ ਕੰਨਾਂ ਦੇ ਵਿੱਚ ਨਾਮ ਦੀ ਧੁਨੀ ਪਵੇ, ਜਪਜੀ ਸਾਹਿਬ ਦਾ ਪਾਠ ਪਵੇ। ਤੇ ਫਿਰ ਇਹਦੇ ਤੋਂ ਵੱਡਾ ਭਾਗ ਕੀ ਹੋ ਸਕਦਾ? ਇਹਦੇ ਤੋਂ ਵੱਡਾ ਕਰਮ ਕੀ ਹੋ ਸਕਦਾ? ਤੇ ਫਿਰ ਜਦੋਂ ਤੂੰ ਗੁਰੂ ਵਾਲਾ ਬਣ ਜਾਣਾ, ਅੰਮ੍ਰਿਤ ਛਕਣ ਜਾਣਾ, ਅੰਮ੍ਰਿਤ ਛਕਦਿਆਂ ਨਾਲ ਹੀ 5 ਪਿਆਰੇ ਤੈਨੂੰ ਨਾਮ ਦੇ ਦਿੰਦੇ। ਤੇ ਉਹ ਵੀ ਤੂੰ ਜਦੋਂ ਆਪਣੇ ਸਰੀਰ ਦੀ ਸੰਭਾਲਾ ਕਰਨ ਜੋਗਾ ਹੋ ਗਿਆ, ਉਦੋਂ ਤੂੰ ਅੰਮ੍ਰਿਤ ਵੀ ਛਕ ਸਕਦਾ। ਇੱਥੇ ਵੀ ਕੋਈ ਬੰਦਸ਼ ਨਹੀਂ ਹੈ। ਫਿਰ ਇਸ ਤੋਂ ਸਸਤਾ ਹੋਰ ਕੀ ਹੋਵੇਗਾ? ਦੁਨੀਆ ਦੇ ਵਿੱਚ ਗੋਰਖਾਂ ਦਾ, ਜੋਗੀਆਂ ਦਾ ਇੱਕ ਮੱਤ ਹੋਇਆ। ਜਦੋਂ ਜੋਗੀ ਆਉਂਦੇ ਸਨ ਨਾਮ ਲੈਣ, ਵੱਡੀ ਉਮਰ ਦੇ ਜੋਗੀ ਆਉਂਦੇ ਹੋਣਗੇ ਨਾ, ਜੰਮਦਾ ਤੇ ਜੋਗੀ ਕੋਈ ਨਹੀਂ ਬਣਿਆ। ਰਾਜੇ ਰਾਜ ਛੱਡ ਕੇ ਆ ਗਏ, ਤੇ ਜਿਹੜੇ ਰਾਜੇ ਕਰਦੇ ਸਨ ਉਹ ਬੱਚੇ ਥੋੜ੍ਹੀ ਸਨ। ਜੇ ਮਾਂ-ਬਾਪ ਨੇ ਰਾਜ 'ਤੇ ਬਿਠਾ ਲਿਆ ਤੇ ਇਹਦਾ ਮਤਲਬ ਹੈ ਵੀ ਉਹਦੀ 75 ਉਮਰਾਂ ਖਾਧੀ ਬੈਠੇ ਹੋਣਗੇ। ਇੰਨੀ ਉਮਰ ਦੇ ਵਿੱਚ ਉਹਨਾਂ ਨੂੰ ਮਿਲਿਆ ਗੋਰਖਨਾਥ, ਮਛੰਦਰਨਾਥ। ਉਹਦਾ ਜੀਵਨ ਵੇਖ ਕੇ ਪ੍ਰਭਾਵਿਤ ਹੋਏ, ਘਰ ਛੱਡ ਕੇ ਨਾਲ ਚੱਲ ਪਏ। ਤੇ ਜਦੋਂ ਕੁਝ ਸਮਾਂ ਨਾਲ ਰਹੇ ਤੇ ਪਤਾ ਲੱਗਾ ਵੀ ਨਹੀਂ, ਇਹ ਵਿਖਾਵਾ ਕੁਝ ਹੋਰ ਹੈ, ਵਿੱਚ ਕੁਝ ਹੋਰ ਹੈ, ਪ੍ਰਾਪਤੀ ਕੋਈ ਨਹੀਂ ਹੈ। ਤੇ ਗੁਰੂ ਨੂੰ ਕਰਨੀ ਸਤਿ ਸ੍ਰੀ ਅਕਾਲ ਤੇ ਆਪਣੇ ਘਰੇ ਚੱਲ ਜਾਣਾ ਵੀ ਨਹੀਂ, ਸਾਨੂੰ ਨਹੀਂ, ਇਹ ਤੇਰਾ ਪ੍ਰੋਗਰਾਮ ਸਹੀ ਨਹੀਂ ਲੱਗਾ, ਤੂੰ ਅੰਦਰੋਂ ਕੁਝ ਹੋਰ ਹੈ, ਬਾਹਰੋਂ ਕੁਝ ਹੋਰ ਹੈ। ਤੇ ਫਿਰ ਗੁਰੂ ਬੜਾ ਚਲਾਕ ਹੈ, ਧੰਦਾ ਕਰਨਾ, ਕੰਮ ਚਲਾਉਣਾ, ਦੁਨੀਆ 'ਤੇ ਨਾਮ ਬਣਾਉਣਾ, ਕੁਝ ਨਾ ਕੁਝ ਵਿੰਗਾ ਟੇਢਾ ਕਰਨਾ ਪਵੇਗਾ।
ਫਿਰ ਗੁਰੂ ਨੇ ਆਖਿਆ ਮੇਰੀ ਇੱਕ ਪਰੰਪਰਾ ਹੈ, ਕੰਨ ਪਾੜ ਕੇ ਮੁੰਦਰਾ ਪਾਓ, ਮੇਰਾ ਚੇਲਾ ਤਾਂ ਬਣੋਗੇ। ਕਿਉਂਕਿ ਕੰਨ ਵਿੱਚ ਕੀਤਾ ਹੋਇਆ ਛੇਦ ਕਦੇ ਮਿਟਦਾ ਨਹੀਂ ਹੈ, ਸਾਰੀ ਉਮਰ ਉਹ ਛੇਦ ਰਹੇਗਾ। ਦੁਨੀਆ ਨੂੰ ਪਤਾ ਲੱਗੇਗਾ ਵੀ ਇਹ ਮੇਰਾ ਚੇਲਾ, ਜੇ ਮੈਨੂੰ ਛੱਡ ਕੇ ਜਾਵੇਗਾ ਤਾਂ ਦੁਨੀਆ ਲਾਹਨਤਾਂ ਪਾਵੇਗੀ, ਉਹ ਕੱਲ ਤੂੰ ਜੋਗੀ ਬਣਿਆ ਫਿਰਦਾ, ਅੱਜ ਤੂੰ ਗ੍ਰਸਤੀ ਬਣ ਗਿਆ। ਐਸੇ ਲੋਕਾਂ ਨੇ ਰਾਜ ਵੀ ਛੱਡ ਦਿੱਤੇ, ਐਸੇ ਲੋਕਾਂ ਨੇ ਕੰਨਾਂ ਵਿੱਚ ਬਲੌਰ ਦੀਆਂ ਮੁੰਦਰਾਂ ਪਾ ਲਈਆਂ, ਆਪਣੀ ਅੱਧੀ ਤੋਂ ਵੱਧ ਉਮਰਾਂ ਵੀ ਸੰਸਾਰ ਦੇ ਕੰਮਾਂ ਵਿੱਚ ਲਾ ਦਿੱਤੀ, ਫਿਰ ਵੀ ਨਾਮ ਲੱਭਦੇ ਫਿਰਦੇ ਮਗਰ ਮਗਰ, ਕਦੇ ਮਛੰਦਰਨਾਥ ਦੇ ਕਦੇ ਗੋਰਖਨਾਥ ਦੇ। ਤੇ ਕਦੋਂ ਪ੍ਰਾਪਤੀ ਕਰਨਗੇ? ਗੁਰੂ ਕਿਹਾ ਸਿੱਖਾ ਤੇਰੇ ਕੰਨਾਂ ਵਿੱਚ ਬਲੌਰ ਦੀਆਂ ਮੁੰਦਰਾਂ ਪਾਉਣ ਦੀ ਲੋੜ ਨਹੀਂ ਹੈ, ਤੈਨੂੰ ਕਿਸੇ ਦੇ ਮਗਰ ਜਾ ਕੇ ਗੇੜਾ ਕੱਢਣ ਦੀ ਲੋੜ ਨਹੀਂ ਹੈ। ਤੈਨੂੰ ਤੇ ਜੰਮਦਿਆਂ ਹੀ ਗੁਰੂ ਨੇ ਪਰੰਪਰਾ ਮਰਿਆਦਾ ਇਹ ਬਣਾਈ ਹੈ ਵੀ ਤੇਰੇ ਜਨਮ ਵੇਲੇ ਹੀ ਤੇਰੇ ਕੰਨਾਂ ਦੇ ਵਿੱਚ ਨਾਮ ਦੀ ਆਵਾਜ਼ ਪਵੇਗੀ, ਜਪਜੀ ਸਾਹਿਬ ਦੇ ਰੂਪ ਦੇ ਵਿੱਚ। ਜਦੋਂ ਸਰੀਰ ਸੰਭਾਲਣ ਜੋਗਾ ਹੋ ਗਿਆ ਉਦੋਂ ਤੈਨੂੰ ਨਾਮ ਪੰਜਾਂ ਪਿਆਰਿਆਂ ਕੋਲੋਂ ਮਿਲ ਜਾਏਗਾ। ਇਸ ਤੋਂ ਸਸਤਾ ਹੋਰ ਕੀ ਲੱਭਦੇ ਆ, ਇਸ ਤੋਂ ਸੌਖਾ ਹੋਰ ਕੀ ਲੱਭਦੇ ਆ, ਪਰ ਜਪਦੇ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਣਦਿਨ ਸੱਚ ਸਲਾਹਨਾ, ਧੰਨ ਧੰਨ ਵਡ ਭਾਗ ਹਮਾਰਾ। ਵੱਡਿਆਂ ਭਾਗਾਂ ਵਾਲੇ ਦਿਨੇ ਰਾਤ ਉਸ ਦੇ ਨਾਮ ਨੂੰ ਪ੍ਰਾਪਤ ਕਰਕੇ ਜਪਦੇ ਨੇ, ਉਹ ਵੱਡਿਆਂ ਭਾਗਾਂ ਵਾਲੇ ਹਨ। ਮਨ ਮੇਰੇ ਸੱਚੇ ਨਾਮ ਵਿਟੋਂ ਬਲ ਜਾਓ, ਐ ਮੇਰਿਆ ਮਨਾ ਸੱਚੇ ਨਾਮ ਤੋਂ ਬਲਿਹਾਰ ਜਾ, ਸੱਚੇ ਨਾਮ ਤੋਂ ਕੁਰਬਾਨ ਜਾਣਾ ਕਰ ਹੈ ਮੇਰੇ ਮਨ, ਕਿਉਂਕਿ ਉਹ ਸੱਚੇ ਨਾਮ ਨੇ ਮਨ ਦੇ ਫੁਰਨੇ ਪਵਿੱਤਰ ਕਰਨੇ ਨੇ। ਮਨ ਵਿੱਚ ਫੁਰਨੇ ਆਉਂਦੇ ਨੇ, ਪਰ ਸਾਡੇ ਮਨ ਵਿੱਚ ਫੁਰਨੇ ਆਉਂਦੇ ਮੈਲੇ, ਮੈਲ ਵਾਲੇ, ਵਿਕਾਰਾਂ ਵਾਲੇ, ਮਾੜੀ ਸੋਚ ਵਾਲੇ। ਪਰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਫੁਰਨੇ ਵੀ ਪਵਿੱਤਰ ਹੋ ਜਾਂਦੇ। ਕਿੱਥੋਂ ਪਤਾ ਲੱਗੇਗਾ ਵੀ ਫੁਰਨਾ ਪਵਿੱਤਰ ਹੋ ਗਿਆ? ਤੇ ਭਾਈ ਮੰਝ ਦਾ ਇਤਿਹਾਸ ਸਾਡੇ ਸਾਹਮਣੇ ਹੀ ਹੈ ਨਾ। ਮਹਾਰਾਜ ਕਹਿੰਦੇ ਮੰਗੋ ਕੀ ਚਾਹੀਦਾ ਮੰਝ ਜੀ, ਮਹਾਰਾਜ ਕਹਿੰਦੇ ਮੰਗੋ ਭਾਈ ਮਹਾਂ ਸਿੰਘ ਜੀ ਕੀ ਚਾਹੀਦਾ। 10ਵੇਂ ਪਾਤਸ਼ਾਹ ਨੇ ਆਖਿਆ ਤੇ ਫੁਰਨੇ ਪਵਿੱਤਰ ਹੋ ਗਏ, ਫੁਰਨਾ ਹੀ ਬਣ ਗਿਆ, ਸੁਭਾਅ ਬਣ ਗਿਆ ਵੀ ਭਲਾ ਕਰਨਾ ਹੈ। ਸਾਡੇ ਵਰਗਾ ਮੈਲਾ ਫੁਰਨਾ ਨਹੀਂ ਰਹਿ ਗਿਆ। ਤੇ ਭਾਈ ਮਹਾਂ ਸਿੰਘ ਨੇ ਹੱਥ ਜੋੜੇ ਕਹਿਣ ਲੱਗਾ ਮਹਾਰਾਜ ਤੁਸੀਂ ਆਪੇ ਤੇ ਆਖਦੇ ਹੋ ਵੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮੇਰਾ ਫੁਰਨਾ ਤੇ ਇਹ ਹੈ ਵੀ ਦੁਨੀਆ ਦਾ ਭਲਾ ਕੀਤਾ ਜਾਵੇ, ਦੂਜਿਆਂ ਦਾ ਭਲਾ ਕੀਤਾ ਜਾਵੇ। ਕਿਵੇਂ ਕਰਨਾ ਚਾਹੁੰਦੇ ਹੋ ਮਹਾਂ ਸਿੰਘ ਜੀ? ਕਹਿੰਦੇ ਮਹਾਰਾਜ ਮੈਂ ਇਸ ਤਰ੍ਹਾਂ ਕਰਨਾ ਚਾਹੁੰਦਾ ਹਾਂ, ਬਦਾਵਾ ਆਪ ਜੀ ਪਾੜ ਦਿਓ, ਇਹਦੇ ਨਾਲ ਸਾਰਿਆਂ ਦਾ ਭਲਾ ਹੋਵੇਗਾ। ਇਹ ਹੈ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਫੁਰਨੇ ਵੀ ਪਵਿੱਤਰ ਹੋ ਗਿਆ, ਦੂਜਿਆਂ ਦੇ ਭਲੇ ਵਾਸਤੇ ਹੋ ਗਏ। ਸਾਡੇ ਤੇ ਫੁਰਨੇ ਹੀ ਮੈਲੇ ਨੇ। ਅਸੀਂ ਕਈ ਵਾਰੀ ਨਾਮ ਜਪਦੇ ਆ ਨਾ, ਬਾਣੀ ਪੜ੍ਹਦੇ, ਤੇ ਕਈ ਵਾਰੀ ਇਹ ਅਸੀਂ ਕਰਦੇ ਆ ਵੀ ਫਲਾਣੇ ਦਾ ਨੁਕਸਾਨ ਹੋ ਜਾਏ। ਬਾਣੀ ਪੜ੍ਹੀ ਜ਼ਰੂਰ ਹੈ, ਨਾਮ ਜਪਿਆ ਜ਼ਰੂਰ ਹੈ, ਪਰ ਮਨੋਂ ਇਹ ਨਿਕਲਿਆ ਵੀ ਉਹਦਾ ਨੁਕਸਾਨ ਹੋਵੇ, ਫਲਾਣੇ ਦਾ, ਰਿਸ਼ਤੇਦਾਰ ਦਾ, ਮੇਰੇ ਪੜੋਸੀ ਦਾ। ਤੇ ਕੁਝ ਦੁਨੀਆ ਵਿੱਚ ਐਸੇ ਲੋਕ ਨੇ ਜਿਹੜੇ ਕੋਲੋਂ ਪੈਸੇ ਦੇ ਕੇ ਕਿਸੇ ਤਾਂਤਰਿਕ ਦੇ ਕੋਲੋਂ ਕੋਈ ਮੁੱਠ ਚਲਾਉਂਦਾ ਹੈ, ਕੋਈ ਤਵੀਤ ਕਰਾਉਂਦਾ ਹੈ, ਕੋਈ ਧਾਗਾ ਕਰਾਉਂਦਾ। ਕਾਹਦੇ ਵਾਸਤੇ? ਕਿ ਜਿਹਦਾ ਮੈਂ ਚਾਹੁੰਦਾ ਹਾਂ ਉਹਦਾ ਨੁਕਸਾਨ ਹੋ ਜਾਏ। ਇਹ ਹੈ ਸਾਡਾ ਫੁਰਨਾ, ਸੰਸਾਰੀ ਲੋਕਾਂ ਦਾ। ਸਾਡਾ ਫੁਰਨਾ ਮੈਲ ਤੋਂ ਵੀ ਗੰਦਾ ਹੈ, ਮੈਲ ਤੋਂ ਵੀ ਜ਼ਿਆਦਾ ਮੈਲਾ ਹੈ ਵੀ ਅਸੀਂ ਕੋਲੋਂ ਧਨ ਦੇ ਕੇ ਦੂਜੇ ਦਾ ਬੁਰਾ ਸੋਚਦੇ ਹਾਂ। ਕਿਉਂਕਿ ਨਾਮ ਨਹੀਂ ਨਾ ਸਾਡੇ ਕੋਲ, ਸਾਡੇ ਫੁਰਨੇ ਤਾਂ ਇਸ ਤਰ੍ਹਾਂ ਦੇ। ਜਿਨ੍ਹਾਂ ਦੇ ਕੋਲ ਨਾਮ ਹੈ ਤੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਦੇ ਫੁਰਨੇ ਪਵਿੱਤਰ ਨੇ। ਉਹ ਆਖਦੇ ਭਾਵੇਂ ਸਰੀਰ ਲੱਗ ਜਾਵੇ, ਕੁਰਬਾਨ ਹੋ ਜਾਵੇ, ਪਰ ਭਲਾ ਦੂਜੇ ਦਾ ਹੋਣਾ ਚਾਹੀਦਾ। ਉਹਨੇ ਭਾਈ ਮਹਾਂ ਸਿੰਘ ਵਰਗੇ। ਮਹਾਰਾਜ ਕਹਿਣ ਲੱਗੇ ਮਨ ਮੇਰੇ ਸੱਚੇ ਨਾਮ ਵਿਟੋਂ ਬਲ ਜਾਓ, ਐ ਮੇਰਿਆ ਮਨ ਸੱਚੇ ਨਾਮ ਤੋਂ ਕੁਰਬਾਨ ਜਾ, ਸਦਕੇ ਜਾ। ਜਿਸ ਨਾਮ ਨੂੰ ਜਪ ਕੇ ਤੇਰਾ ਭਲਾ ਹੋਣਾ, ਜਿਸ ਨਾਮ ਨੂੰ ਜਪ ਕੇ ਤੇਰੇ ਫੁਰਨੇ ਪਵਿੱਤਰ ਹੋ ਜਾਣੇ ਨੇ, ਤੇਰੀਆਂ ਵਿਚਾਰਾਂ ਪਵਿੱਤਰ ਹੋ ਜਾਣੀਆਂ, ਐਸੇ ਨਾਮ ਨੂੰ ਜਪਣਾ ਕਰ। ਦਾਸਨ ਦਾਤਾ ਹੋਇ ਰਹਾ ਹੈ ਤਾ ਪਾਵੈ ਸੱਚਾ ਨਾਮ। ਸਤਿਗੁਰੂ ਦੇ ਦਾਸਾਂ ਦਾ ਦਾਸ ਬਣ ਜਾ। ਦਾਸਾਂ ਦਾ ਦਾਸ ਕੀ ਹੈ? ਸੇਵਕਾਂ ਦਾ ਵੀ ਅੱਗੇ ਸੇਵਕ, ਨੌਕਰ ਦਾ ਵੀ ਅੱਗੇ ਨੌਕਰ। ਇੰਨੀ ਨਿਮਰਤਾ ਤੇਰੇ ਵਿੱਚ ਹੋਵੇ ਵੀ ਤੂੰ ਗੁਰੂ ਘਰ ਦੇ ਵਿੱਚ ਦਾਸਾਂ ਤੋਂ ਦਾਸ ਬਣੇ। ਪਰ ਅਸੀਂ ਤੇ ਗੁਰੂ ਘਰੇ ਆ ਕੇ ਵੀ ਪਦਵੀਆਂ ਚਾਹੁੰਦੇ ਹਾਂ। ਇੱਥੇ ਵੀ ਅਸੀਂ ਚਾਹੁੰਦੇ ਹਾਂ ਮਰਾਤਬੇ ਸਾਨੂੰ ਮਿਲਣ। ਦਾਸਣ ਦਾਸ ਨਹੀਂ ਹੋ ਸਕਦੇ, ਕੇਵਲ ਕਹਿ ਸਕਦੇ ਆ ਵੀ ਮੈਂ ਦਾਸ ਹਾਂ, ਕਹਿਣ ਤੱਕ ਹੀ ਹੈ। ਪਰ ਜਦੋਂ ਸਾਨੂੰ ਮੌਕਾ ਮਿਲਦਾ ਨਾ ਆਪਣੀ ਪਹੁੰਚ ਵਿਖਾਉਣ ਦਾ,
ਫਿਰ ਨਹੀਂ ਅਸੀਂ ਮਨ ਕਰਕੇ ਸੋਚਦੇ ਵੀ ਮੈਂ ਦਾਸ ਹਾਂ। ਫਿਰ ਤੇ ਅਸੀਂ ਆਖਦੇ ਹਾਂ ਵੀ ਬਸ ਹੁਣ ਜੋ ਕੁਝ ਕਰਨਾ ਉਹ ਮੈਂ ਹੀ ਕਰਨਾ ਹੈ, ਮੈਂ ਹੀ ਹਾਂ ਰਿਜ਼ਕ ਦੇਣ ਵਾਲਾ, ਮੈਂ ਹੀ ਹਾਂ ਅੰਨ ਦੇਣ ਵਾਲਾ, ਮੈਂ ਹੀ ਹਾਂ ਰੋਟੀ ਦੇਣ ਵਾਲਾ। ਮੈਂ ਚਾਹਾਂਗਾ ਤੇ ਜਿਹਦੇ ਮੂੰਹ ਦੇ ਵਿੱਚੋਂ ਮਰਜ਼ੀ ਬੁਰਕੀ ਖਿੱਚ ਲਵਾਂਗਾ। ਕੇਵਲ ਕਹਿਣ ਮਾਤਰ ਹੀ ਹੈ। ਉਹ ਵੀ ਬਹੁਤ ਥੋੜ੍ਹੇ ਨੇ ਜਿਹੜੇ ਇਹ ਗੱਲ ਕਹਿੰਦੇ ਵੀ ਮੈਂ ਦਾਸ ਹਾਂ, ਨਹੀਂ ਤੇ ਇਹ ਗੱਲ ਕਹਿੰਦਾ ਵੀ ਕੋਈ ਨਹੀਂ ਹੈ। ਦੁਨੀਆ ਤੇ ਇੱਥੇ ਵੀ ਹਉਮੈ ਜਨਾਉਣ ਆਉਂਦੀ ਹੈ, ਤਾਂ ਹੀ ਕੁਝ ਪੱਲੇ ਨਹੀਂ। ਮਹਾਰਾਜ ਕਹਿਣ ਲੱਗੇ ਦਾਸਨ ਦਾਸਾ ਹੋਏ ਰਹਿ, ਦਾਸਾਂ ਦਾ ਦਾਸ ਬਣ ਕੇ ਰਹਿ, ਸੇਵਕ ਬਣ ਕੇ ਰਹਿ, ਨਿਮਰਤਾ ਵਿੱਚ ਰਵੇਂਗਾ ਤੇ ਤਾਂ ਕੁਝ ਮਿਲਣਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਤ ਮੁੱਚ, ਓਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੈ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ। ਜੇ ਉੱਚਾ ਬੰਨਾ ਚਾਹਣਾ ਤੇ ਉੱਚਾ ਸਿਮਲ ਦਾ ਰੁੱਖ ਹੈ, ਸਫੈਦੇ ਵਰਗਾ ਲੰਮਾ ਜਿਹਾ ਆਕਾਸ਼ ਵੱਲ ਨੂੰ, ਫੁੱਲ ਵੀ ਲੱਗਦੇ ਤੇ ਫਲ ਵੀ ਲੱਗਦੇ, ਪਰ ਇਹਦੇ ਫਲਾਂ ਨੂੰ ਖਾਂਦਾ ਕੋਈ ਨਹੀਂ। ਬਕ ਬਕਾ ਫਲ, ਗੰਦਾ ਫਲ। ਤੇ ਜੇ ਤੋਤੇ ਵਰਗਾ, ਹੁਣ ਤੋਤੇ ਦੀ ਜਿਹੜੀ ਚੁੰਝ ਹੈ ਨਾ ਬੜੀ ਤਿੱਖੀ ਮਜ਼ਬੂਤ ਹੈ, ਆਮ ਕੋਈ ਪੰਛੀ ਉਸ ਫਲ ਨੂੰ ਪਾੜ ਨਹੀਂ ਸਕਦਾ, ਖਾ ਨਹੀਂ ਸਕਦਾ, ਪਰ ਤੋਤੇ ਨੂੰ ਆਪਣੇ ਆਪ ਤੇ ਮਾਣ ਹੈ ਵੀ ਮੇਰੀ ਚੁੰਝ ਬੜੀ ਕਾਮਯਾਬ ਹੈ। ਤੇ ਤੋਤੇ ਨੇ ਚੁੰਝ ਮਾਰੀ ਫਲ ਦੇ ਵਿੱਚ, ਤੇ ਫਲ ਇੰਨਾ ਚੀੜਾ ਇੰਨਾ ਸਖਤ ਹੈ, ਉਹਨੇ ਫਿਰ ਤੋਤੇ ਨੂੰ ਚੁੰਝ ਬਾਹਰ ਨਹੀਂ ਕੱਢਣ ਦਿੱਤੀ। ਵਿਚਾਰਾ ਉਸੇ ਫਲ ਦੇ ਨਾਲ ਲਟਕ ਗਿਆ, ਤੜਫ ਤੜਫ ਕੇ ਮਰ ਗਿਆ। ਉੱਚੇ ਪੁਣੇ ਦਾ ਇੰਨਾ ਹੰਕਾਰ ਹੈ, ਫਲ ਦੇ ਵਿੱਚ ਰਸ ਤੇ ਨਹੀਂ ਆਇਆ ਪਰ ਦੂਜੇ ਦੀ ਜਾਨ ਲੈ ਲਈ ਹੈ। ਸਾਡੇ ਵਿੱਚ ਵੀ ਉੱਚੇ ਪੁਣੇ ਦਾ ਹੰਕਾਰ ਹੈ, ਸਾਡੇ ਕੋਲ ਨਾਮ ਦਾ ਰਸ ਤੇ ਨਹੀਂ, ਪਰ ਦੂਜਿਆਂ ਦੀ ਰੋਜੀ ਖੋਹਣ ਦਾ, ਦੂਜੇ ਦੇ ਗਲਾ ਘੁੱਟਣ ਦਾ ਯਤਨ ਜ਼ਰੂਰ ਕਰਦੇ ਆ। ਮਹਾਰਾਜ ਕਹਿਣ ਲੱਗੇ ਭਾਈ ਜਿਹੜੇ ਨੀਵੇਂ ਹੋਏ ਨੇ, ਮਿੱਠਤ ਨੀਵੀਂ ਨਾਨਕਾ, ਜਿਹੜੇ ਨੀਵੇਂ ਹੋਏ ਨੇ ਨਾ ਮਿੱਠੇ ਉਹ ਨੇ। ਤੇ ਸਾਡੇ ਕੋਲ ਇਹਦੇ ਵਾਸਤੇ ਵੀ ਕਈ ਸਾਖੀਆਂ ਨੇ, ਜੇ ਆਪਾਂ ਸਾਖੀਆਂ ਸੁਣਾਵਾਂਗੇ ਤੇ ਸਮਾਂ ਸਾਖੀਆਂ ਵਿੱਚ ਲੰਘ ਜਾਏਗਾ। ਜਿਹੜੇ ਨੀਵੇਂ ਹੋਏ ਨੇ ਪ੍ਰਾਪਤ ਉਹ ਕਰ ਗਏ। ਬਾਬਾ ਸ਼੍ਰੀ ਚੰਦ ਦੇ ਬਚਨ ਸਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ, ਮਹਾਰਾਜ ਜੀ ਐਸੇ ਨਿਮਰਤਾ ਕਰਕੇ ਤੁਸੀਂ ਇਸ ਗੁਰਤਾ ਗੱਦੀ ਦੇ ਮਾਲਕ ਹੋ, ਜੇ ਸਾਡੇ ਵਿੱਚ ਵੀ ਆਹ ਨਿਮਰਤਾ ਹੁੰਦੀ ਅੱਜ ਨੂੰ ਅਸੀਂ ਵੀ ਤਖਤ ਦੇ ਮਾਲਕ ਹੁੰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਦਾਸਨ ਦਾਸਾ ਹੋਏ ਰਹਿ, ਤਾਂ ਪਾਵੈ ਸੱਚਾ ਨਾਉ, ਤਾਂ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਨਾਮ ਐਵੇਂ ਨਹੀਂ ਮਿਲਦਾ, ਸੇਵਕਾਂ ਦਾ ਸੇਵਕ ਬਣਨਾ ਪੈਂਦਾ, ਐਸੀ ਨਿਮਰਤਾ ਰੱਖਣੀ ਪੈਂਦੀ ਹੈ। ਜਿਹਵਾ ਸੱਚੀ ਸੱਚ ਰਤੀ, ਤਨ ਮਨ ਸੱਚਾ ਹੋਏ। ਗੁਰਮੁਖਾਂ ਦੀ ਜ਼ੁਬਾਨ ਸੱਚੀ ਕਹੀਏ ਸਫਲੀ ਹੈ, ਕਿਉਂਕਿ ਉਹਨਾਂ ਦੀ ਜ਼ੁਬਾਨ ਦੇ ਉੱਪਰ ਹਰ ਵੇਲੇ ਵਾਹਿਗੁਰੂ ਮੰਤਰ ਚੱਲਦਾ, ਹਰ ਵੇਲੇ ਰਾਮ ਦਾ ਮੰਤਰ ਚੱਲਦਾ, ਹਰ ਵੇਲੇ ਖੁਦਾ ਦਾ ਮੰਤਰ ਚੱਲਦਾ। ਜਿਹਵਾ ਜਪ ਗੁਰ ਨਾਉ, ਕਿਉਂਕਿ ਉਹਨਾਂ ਦੀ ਜ਼ੁਬਾਨ ਗੁਰੂ ਦੇ ਨਾਮ ਨੂੰ ਜਪਦੀ ਪਈ ਹੈ, ਇਸ ਕਰਕੇ ਗੁਰਮੁਖਾਂ ਦੀ ਜ਼ੁਬਾਨ ਸੱਚੀ ਹੈ, ਸਫਲੀ ਹੈ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਪਰਮੇਸ਼ਰ ਉਹਨਾਂ ਦੀ ਜ਼ੁਬਾਨ ਤੇ ਵਸ ਗਿਆ, ਫਿਰ ਸਫਲੀ ਹੋ ਗਈ ਨਾ। ਪਰਮੇਸ਼ਰ ਤੇ ਜਿੱਥੇ ਵਸੇਗਾ ਉਹ ਵਸਤੂ ਸੱਚੀ ਹੈ, ਸਫਲੀ ਹੈ। ਗੁਰਮੁਖਾਂ ਦੀ ਜ਼ੁਬਾਨ ਤੇ ਹਰ ਵੇਲੇ ਰਾਮ ਦਾ ਨਾਮ ਹੈ, ਇਸ ਕਰਕੇ ਉਹਨਾਂ ਦੀ ਜ਼ੁਬਾਨ ਵੀ ਸੱਚੀ ਹੈ, ਸਫਲੀ ਹੈ, ਸਫਲੀ ਵੀ ਹੈ, ਸੱਚੀ ਵੀ ਹੈ। ਜਿਹੜਾ ਬਚਨ ਕਹਿ ਦਿੱਤਾ ਪੂਰਾ ਹੋਵੇਗਾ। ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਤੇ ਸੱਚੀ ਬਾਣੀ ਵਾਲਿਆਂ ਨੇ, ਭਾਈ ਲਖੀਆ ਜੀ ਨੇ ਆਖਿਆ ਸੀ ਨਾ ਬੁੱਧੂ ਜੀ ਤੁਹਾਡਾ ਆਵਾ ਕੱਚਾ ਹੀ ਰਹਿਣਾ, ਇਹ ਨਹੀਂ ਜੇ ਪੱਕਾ ਹੋਣਾ। ਤੇ ਸੱਚੀ ਹੋਈ ਨਾ ਬਾਣੀ, ਆਪਾਂ ਸਾਖੀ ਸਰਵਣ ਕੀਤੀ ਹੈ ਕਈ ਵਾਰ, ਆਵਾ ਕੱਚਾ ਹੀ ਰਿਹਾ ਬੁੱਧੂ ਦਾ, ਇੱਟਾਂ ਪੱਕੀਆਂ ਨਹੀਂ ਕਰ ਸਕਿਆ। ਇਹ ਹੈ ਸੱਚੀ ਬਾਣੀ, ਜਿਹੜਾ ਮੁਖੋਂ ਵਾਕ ਬਚਨ ਨਿਕਲ ਗਿਆ ਸੱਚਾ ਹੋਵੇਗਾ, ਸਫਲਾ ਹੋਵੇਗਾ। ਤੇ ਸੱਚ ਰਤੀ, ਮਹਾਰਾਜ ਉਹਨਾਂ ਦੀ ਬਾਣੀ ਸੱਚੀ ਸਫਲੀ ਕਿਉਂ ਹੈ? ਪਾਤਸ਼ਾਹ ਕਹਿੰਦੇ ਕਿਉਂਕਿ ਸੱਚ ਨਾਮ ਦੇ ਵਿੱਚ ਰਤੀ ਕਹੀਏ ਰੰਗੀ ਹੋਈ ਹੈ। ਉਹਨਾਂ ਦੀ ਬਾਣੀ, ਉਹਨਾਂ ਦੇ ਬਚਨ, ਉਹਨਾਂ ਦੀ ਜ਼ੁਬਾਨ ਸੱਚ ਨਾਮ ਦੇ ਵਿੱਚ ਰੰਗੇ ਹੋਏ। ਤਨ ਮਨ ਸੱਚਾ ਹੋਏ, ਉਹਨਾਂ ਦਾ ਮਨ ਤੇ ਤਨ ਦੋਨੇ ਹੀ ਸੱਚੇ ਨੇ, ਦੋਨੇ ਹੀ ਸਫਲੇ ਨੇ, ਕਿਉਂਕਿ ਨਾਮ ਦੇ ਵਿੱਚ ਲੱਗੇ ਹੋਏ ਹਨ। ਬਿਨ ਸਾਚੇ ਹੋਰ ਸਲਾਹਣਾ, ਜਾਸੇ ਜਨਮ ਸਭ ਖੋਏ। ਪਰ ਦੁਨੀਆ ਦੋ ਤਰ੍ਹਾਂ ਦੀ ਹੈ ਨਾ। ਇੱਕ ਤੇ ਹੁਣ ਗੁਰਮੁਖਾਂ ਦੀ ਆਪਾਂ ਗੱਲ ਸੁਣੀ ਆ ਵੀ ਉਹ ਨਾਮ ਨੂੰ ਭੁਲਾਉਂਦੇ ਨਹੀਂ, ਜ਼ੁਬਾਨ ਸੱਚੀ ਹੈ। ਦੂਜੇ ਪਾਸੇ ਕਈ ਮੇਰੇ ਵਰਗੇ ਇਸ ਤਰ੍ਹਾਂ ਦੇ ਵੀ ਹੋਣਗੇ ਜਿਨ੍ਹਾਂ ਨੇ
ਸੱਚੇ ਨਾਮ ਨੂੰ ਸਲਾਹਿਆ ਹੀ ਨਹੀਂ ਹੈ, ਸੱਚੇ ਨਾਮ ਨੂੰ ਕਦੇ ਜਪਿਆ ਹੀ ਨਹੀਂ। ਜੇ ਕਦੇ ਆਖਿਆ ਨਾ ਭਾਈ ਨਾਮ ਜਪ, ਕਹਿਣ ਲੱਗਾ ਨਹੀਂ ਇਹ ਤੇ ਭਾਈ ਵਿਹਲਿਆਂ ਦਾ ਕੰਮ ਹੈ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈ, ਮੇਰੇ ਕੋਲ ਤੇ ਰੋਟੀ ਖਾਣ ਦਾ ਟਾਈਮ ਨਹੀਂ, ਮੈਂ ਤੇ ਇੰਨਾ ਬਿਜੀ ਚੱਲਦਾ ਪਿਆ, ਮੇਰਾ ਤੇ ਸਮਾਂ ਟਾਈਮ ਟੇਬਲ ਬੱਧਾ ਹੋਇਆ, ਇਸ ਮਿੰਟ ਆਹ ਕਰਨਾ, ਇਸ ਮਿੰਟ ਆਹ ਕਰਨਾ। ਤੇ ਕੁਝ ਐਸੇ ਲੋਕ ਵੀ ਜਵਾਬ ਦਿੰਦੇ, ਕਹਿਣ ਲੱਗੇ ਮੇਰੇ ਕੋਲ ਤੇ ਮਰਨ ਦਾ ਟਾਈਮ ਨਹੀਂ ਹੈ, ਮੈਂ ਤੇ ਇੰਨਾ ਜ਼ਿਆਦਾ ਕੰਮਕਾਰ ਵਿੱਚ ਵਿਅਸਤ ਹਾਂ। ਮਰਨ ਦਾ ਟਾਈਮ ਤੇ ਕਿਸੇ ਕੋਲ ਵੀ ਨਹੀਂ ਹੈ, ਪਰ ਜਮਾਂ ਦੇ ਕੋਲ ਬੜਾ ਖੁੱਲ੍ਹਾ ਟਾਈਮ ਹੈ। ਉਹ ਸਰਾਣੇ ਆ ਕੇ ਬੈਠਦੇ, ਕਹਿੰਦੇ ਚੱਲ ਬਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੁਨੀਆ ਦੇ ਲੋਕ ਕਹਿੰਦੇ ਮੇਰੇ ਕੋਲ ਖਾਣ ਦਾ ਟਾਈਮ ਨਹੀਂ, ਮੇਰੇ ਕੋਲ ਮਰਨ ਦਾ ਟਾਈਮ ਨਹੀਂ, ਮੈਂ ਇੰਨਾ ਵਿਅਸਤ ਹਾਂ, ਕੰਮ ਦੇ ਵਿੱਚ ਬਿਜੀ ਹਾਂ। ਬਿਨ ਸਾਚੇ ਹੋਰ ਸਲਾਹ ਨਾ, ਫਿਰ ਸੱਚੇ ਨਾਮ ਨੂੰ ਤੇ ਜਪਦੇ ਨਹੀਂ। ਹੋਰਾਂ ਦੀ ਸਲਾਹਤ ਜ਼ਰੂਰ ਕਰਨਗੇ, ਜਦੋਂ ਕਿਤੇ ਪੰਡਾਲ ਵਿੱਚ ਜਾਣਗੇ ਨਾ, ਲੋਕ ਇਕੱਠੇ ਹੋਣਗੇ, ਫਿਰ ਉੱਥੇ ਬੋਲਣਗੇ ਸਪੀਕਰਾਂ ਦੇ ਵਿੱਚ ਫਲਾਣਾ ਬੰਦਾ ਬੜਾ ਚੰਗਾ, ਫਲਾਣਾ ਬੜਾ ਦਾਨੀ ਹੈ, ਬੜਾ ਪੁੰਨੀ ਹੈ, ਦੂਜਿਆਂ ਦੀ ਸਿਫਤਾਂ ਕਰਦੇ ਰਹਿਣਗੇ। ਚੇਲੇ ਬਣ ਕੇ ਮਹਾਰਾਜ ਕਹਿਣ ਲੱਗੇ ਜਸ ਹੈ ਜਨਮ ਖੋਏ, ਉਹਨਾਂ ਦਾ ਜਨਮ ਫਿਰ ਵਿਅਰਥ ਹੀ ਚਲਿਆ ਗਿਆ, ਬਰਬਾਦ ਹੀ ਹੋ ਗਿਆ, ਜਨਮ ਕੰਮ ਨਹੀਂ ਆਇਆ। ਸੱਚੇ ਦੀ ਸਿਫਤ ਨਹੀਂ ਕੀਤੀ, ਸਿਫਤ ਕੀਤੀ ਹੈ ਝੂਠੇ ਦੀ। ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕ ਹੈ ਭਗਵਾਨ, ਜਿਸ ਕੈ ਦੀਐ ਰਹੇ ਅਗਾਏ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਬਾਣੀ ਦਾ ਬਚਨ ਹੈ, ਬੰਦੇ ਦੀ ਸਿਫਤ ਕਰਦਾ ਤੇਰਾ ਜਨਮ ਹੀ ਬਰਬਾਦ ਹੋ ਗਿਆ, ਖਾਲੀ ਚਲੇ ਗਿਆ, ਵਿਅਰਥ ਚਲੇ ਗਿਆ। ਕੀ ਬੰਦੇ ਦੀ ਸਿਫਤ ਕਰਨੀ ਹੈ? ਪਰ ਇਹ ਮਨਮੁਖਾਂ ਦਾ ਵੀ ਨਾਲ ਲੱਛਣ ਆਪਾਂ ਨੂੰ ਲੈ ਕੇ ਚੱਲਣਾ ਪੈਣਾ ਨਾ। ਮਨਮੁਖ ਇਸ ਤਰ੍ਹਾਂ ਹੀ ਕਰਦੇ, ਦੁਨੀਆ ਦੀ ਸਿਫਤ ਕਰਦੇ, ਪਰਮੇਸ਼ਰ ਦੀ ਨਹੀਂ ਕਰਦੇ। ਦੁਨੀਆ ਦੀ ਸਿਫਤ ਕਰਨ ਵਾਲੇ ਨੇ ਆਪਣਾ ਜਨਮ ਬਰਬਾਦ ਕਰ ਲਿਆ ਹੈ। ਸੱਚ ਖੇਤੀ ਸੱਚ ਬੀਜਣਾ, ਸਾਚਾ ਵਪਾਰਾ। ਗੁਰਮੁਖਾਂ ਦੀ ਖੇਤੀ ਕਰਨੀ, ਉਹ ਵੀ ਸੱਚ ਸਫਲੀ ਹੈ। ਖੇਤੀ ਕਰਨ ਲੱਗਿਆਂ ਵੀ ਉਹ ਨਾਮ ਜਪਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਲ ਵਾਉਂਦੇ ਨਾ ਕਰਤਾਰਪੁਰ ਦੀ ਧਰਤੀ ਤੇ, ਮੁਖੋਂ ਆਖਦੇ ਸਤ ਕਰਤਾਰ, ਸਤ ਕਰਤਾਰ ਕਹਿ ਕੇ ਬੀ ਪਾਉਂਦੇ ਧਰਤੀ ਦੇ ਅੰਦਰ। ਜਿਹੜਾ ਵੀ ਅੰਨ ਛਕੇਗਾ ਉਹ ਵੀ ਆਖੇਗਾ ਸਤ ਕਰਤਾਰ, ਸਤ ਕਰਤਾਰ। ਗੁਰਮੁਖਾਂ ਦੀ ਖੇਤੀ ਕਰਨੀ ਸੱਚ ਸਫਲੀ ਹੈ, ਪਰ ਜਿਨ੍ਹਾਂ ਨੇ ਖੇਤੀ ਕਰਨ ਵੇਲੇ ਨਾਮ ਜਪਿਆ। ਅੱਜ ਖੇਤੀ ਆਪਾਂ ਵੀ ਕਰਦੇ ਹਾਂ, ਸਾਡੇ ਲੋਕ ਵੀ ਖੇਤੀ ਕਰਦੇ, ਟਰੈਕਟਰ ਦੇ ਉੱਪਰ, ਕੰਬਾਈਨ ਦੇ ਉੱਪਰ, ਜੋ ਵੀ ਸਾਡੇ ਕੋਲ ਵਹੀਕਲ ਨੇ, ਸੰਦ ਨੇ, ਔਜ਼ਾਰ ਨੇ ਖੇਤੀ ਕਰਨ ਵਾਲੇ, ਉਹਨਾਂ 'ਤੇ ਵੱਡੇ ਵੱਡੇ ਡੈਕ ਲੱਗੇ ਨੇ, ਟੇਪਾਂ ਲੱਗੀਆਂ ਹੋਈਆਂ, ਬੜਾ ਕੁਝ ਲੱਗਾ ਹੋਇਆ। ਅਤੇ ਜਦੋਂ ਖੇਤੀ ਦਾ ਬੀਜ ਬੀਜਦੇ, ਖੇਤੀ ਜ਼ਮੀਨ ਨੂੰ ਵਾਹੁੰਦੇ, ਗੰਦੇ ਮੰਦੇ ਗਾਣੇ, ਗੰਦੀਆਂ ਮੰਦੀਆਂ ਗੱਲਾਂ, ਅਤੇ ਫਿਰ ਜਿਹੜਾ ਅੰਨ ਉਹਦੇ ਵਿੱਚ ਬੋਇਆ ਗਿਆ, ਬੀਜਿਆ ਗਿਆ, ਉਹਨੂੰ ਖਾਣ ਵਾਲਾ ਵੀ ਉਸ ਤਰ੍ਹਾਂ ਦਾ ਹੀ ਹੋਵੇਗਾ। ਜੈਸਾ ਅੰਨ ਤੈਸਾ ਮਨ, ਜਿਵੇਂ ਦਾ ਅੰਨ ਖਾਧਾ ਉਵੇਂ ਦਾ ਮਨ ਹੋ ਗਿਆ। ਖੇਤੀ ਬੀਜਣ ਵਾਲੇ ਨੇ ਆਖਿਆ ਹੀ ਨਹੀਂ ਹੈ ਸਤ ਕਰਤਾਰ। ਗੁਰੂ ਨਾਨਕ ਸਾਹਿਬ ਨੇ ਸਿੱਖਿਆ ਦਿੱਤੀ ਸੀ, ਉਹ ਖੇਤੀ ਬੀਜਣ ਵਾਲਿਆ, ਖੇਤੀ ਬੀਜਣ ਵੇਲੇ ਸਤ ਕਰਤਾਰ ਕਹਿ, ਵਾਹਿਗੁਰੂ ਕਹਿ। ਖੇਤੀ ਬੀਜਦਾ ਪਿਆ, ਨਾਮ ਜਪ, ਬਾਣੀ ਪੜ੍ਹ, ਜਪਜੀ ਸਾਹਿਬ ਦਾ ਪਾਠ ਕਰ, ਬੀਜਦਿਆਂ ਹੋਇਆ ਤੇਰੇ ਇਸ ਅੰਨ ਨੂੰ ਖਾ ਕੇ ਕੋਈ ਰੱਬ ਦੇ ਨਾਲ ਜੁੜੇ। ਪਰ ਗੁਰੂ ਕੇ ਸਿੱਖ ਨੇ ਕੀ ਕੀਤਾ? ਔਰ ਇਹ ਸਾਡੇ ਕੋਲ ਹੀ ਹੈ। ਤੁਸੀਂ ਪੰਜਾਬ ਤੋਂ ਬਾਹਰ ਚਲੇ ਜਾਓ, ਦੂਜੀਆਂ ਸਟੇਟਾਂ ਵਿੱਚ ਚਲੇ ਜਾਓ, ਉਹਨਾਂ ਦੇ ਟਰੈਕਟਰਾਂ ਦੇ ਉੱਪਰ ਏਡੇ ਏਡੇ ਵੱਡੇ ਡੈਕ ਨਹੀਂ ਲੱਗੇ ਹੋਣਗੇ। ਵਿਦੇਸ਼ ਵਿੱਚ ਚਲੇ ਜਾਓ, ਵਿਦੇਸ਼ਾਂ ਵਿੱਚ ਵੀ ਤਾਂ ਜ਼ਮੀਨ ਵਾਹੀ ਜਾਂਦੀ ਹੈ, ਵੱਡੇ ਵੱਡੇ ਟਰੈਕਟਰ ਜ਼ਰੂਰ ਨੇ, ਪਰ ਸਾਡੇ ਵਰਗੇ ਉਹਨਾਂ ਕੋਲ ਡੈਕ ਨਹੀਂ ਲਾਉਣ ਵਾਸਤੇ, ਟੇਪਾਂ ਨਹੀਂ ਹੈਗੀਆਂ ਉਹਨਾਂ ਕੋਲ ਲਾਉਣ ਵਾਸਤੇ। ਜਿਹੜੇ ਗੁਰੂ ਨਾਨਕ ਸਾਹਿਬ ਦੇ ਸਿੱਖ ਨਹੀਂ, ਉਹ ਤਾਂ ਫਿਰ ਵੀ ਕਿਤੇ ਨਾ ਕਿਤੇ ਕੁਝ ਨਾ ਕੋਈ ਚੰਗਾ ਕਰਦੇ। ਅਸੀਂ ਤਾਂ ਸਿੱਖ ਹੋ ਕੇ ਇਹ ਗੱਲ ਆਪਾਂ ਅੱਖਾਂ ਨਾਲ ਵੇਖ ਸਕਦੇ ਹਾਂ, ਸੁਣ ਵੀ ਸਕਦੇ ਹਾਂ। ਤੁਸੀਂ ਕਿਤੇ ਪੰਜਾਬ ਤੋਂ ਬਾਹਰ ਜਾਓਗੇ, ਜੇ ਤੁਹਾਨੂੰ ਟਰੈਕਟਰ ਦਿਸ ਪੈਣਗੇ ਤਾਂ ਟਰੈਕਟਰ ਹੀ ਹੋਣਗੇ, ਉਹਦੇ ਉੱਪਰ ਇਹੋ ਜਿਹਾ ਨਹੀਂ ਹੋਵੇਗਾ ਜੋ ਸਾਡੇ ਇੱਥੇ ਹੁੰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖ ਬਣ ਜੇ ਖੇਤੀ ਕਰਨੀ ਹੈ, ਸੱਚੇ ਨਾਮ ਦਾ ਬੀਜ, ਤਾਂ ਕਿ ਉਸ ਨੂੰ ਖਾ ਕੇ ਕਿਸੇ ਦਾ ਭਲਾ ਹੋਵੇ। ਤੇ ਦੂਜਾ ਬਚਨ ਮਹਾਰਾਜ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਸੱਚ ਬੀਜਣਾ, ਉਹਨਾਂ ਦਾ ਬੀਜਣਾ ਵੀ ਸੱਚ ਸਫਲਾ ਹੈ। ਤੇ ਪਾਤਸ਼ਾਹ ਕਹਿੰਦੇ ਸਾਚਾ ਵਪਾਰਾ, ਗੁਰਮੁਖਾਂ ਦਾ ਵਪਾਰ ਕਰਨਾ, ਬਿਜ਼ਨਸ ਕਰਨਾ, ਇਹ ਵੀ ਸੱਚ ਸਫਲਾ ਹੈ। ਕਿਉਂਕਿ ਬਿਜ਼ਨਸ ਦੇ ਵਿੱਚ ਵੀ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦੇ।
ਬਿਜ਼ਨਸ ਦੇ ਵਿੱਚ ਬਿਜ਼ਨਸ ਕਰਦੇ ਜ਼ਰੂਰ ਨੇ ਆਪਣੀ ਕਮਾਈ ਵਾਸਤੇ, ਪਰ ਉਹਦੇ ਵਿੱਚ ਧੋਖਾ ਨਹੀਂ ਕਰਦੇ। ਅੱਜ ਦਾ ਵਪਾਰ ਕੀ ਹੈ? ਇੱਕ ਬੰਦੇ ਨੇ ਨੌਕਰੀ ਕੀਤੀ ਹੈ, ਨੌਕਰੀ ਕਰਕੇ ਸਾਰੀ ਉਮਰ ਲਾਈ, ਕੋਈ ਫੰਡ ਇਕੱਠਾ ਕੀਤਾ, ਕੋਈ ਆਪਣੀਆਂ ਲੋੜਾਂ ਨੂੰ ਮਾਰ ਕੇ ਮਾਇਆ ਇਕੱਠੀ ਕੀਤੀ, ਕਾਹਦੇ ਵਾਸਤੇ? ਮੈਂ ਘਰ ਲਵਾਂਗਾ, ਆਪਣੇ ਪਰਿਵਾਰ ਦੇ ਨਾਲ ਰਵਾਂਗਾ। ਤੇ ਜਦੋਂ ਘਰ ਲੈਣ ਵਾਸਤੇ ਗਿਆ, ਘਰ ਦੇਣ ਵਾਲੇ ਨੇ ਬਾਹਰੋਂ ਤੇ ਬੜੀ ਉਹਦੀ ਲਿਸ਼ਕ ਪੁਸ਼ਕ ਵਿਖਾਈ ਹੈ, ਬਾਹਰੋਂ ਤੇ ਸੁਰਖੀ ਬਿੰਦੀ ਲਾ ਦਿੱਤੀ, ਰੰਗ ਰੋਗਨ ਬੜਾ ਚੰਗਾ ਕੀਤਾ, ਵਿਖਾਵਾ ਤੇ ਬੜਾ ਸੋਹਣਾ ਕੀਤਾ, ਅਗਲੇ ਦੀ 10 ਨੌਵਾਂ ਦੀ ਕਿਰਤ ਨੂੰ ਲੈ ਲਿਆ। ਪਰ ਜਦੋਂ ਰਹਿਣ ਵਾਲਾ ਵਿੱਚ ਰਿਹਾ ਨਾ, ਤੇ ਫਿਰ ਪਤਾ ਲੱਗਦਾ ਵੀ ਸੀਮਿੰਟ ਨਹੀਂ ਲੱਗਾ ਹੋਇਆ, ਚੰਗੀਆਂ ਟੂਟੀਆਂ ਨਹੀਂ ਲੱਗੀਆਂ, ਚੰਗੇ ਪੈਪ ਨਹੀਂ ਪਏ, ਚੰਗਾ ਪੱਥਰ ਨਹੀਂ ਲੱਗਾ, ਚੰਗੀ ਵਾਇਰਿੰਗ ਨਹੀਂ ਹੋਈ ਹੈ, ਚੰਗੀ ਭਰਤੀ ਨਹੀਂ ਪਈ ਹੈ। ਵਿਚਾਰਾ ਫਿਰ ਕੋਸਦਾ ਆਪਣੇ ਆਪ, ਨਾਲੇ ਗਾਲਾਂ ਦਿੰਦਾ, ਨਾਲੇ ਉਹਦੀ ਹੌਲੀ ਹੌਲੀ ਮੁਰੰਮਤ ਕਰਾਉਂਦਾ। ਵਪਾਰ ਤੇ ਅੱਜ ਵੀ ਕਰਦੇ, ਪਰ ਅੱਜ ਧੋਖੇ ਵਾਲਾ ਵਪਾਰ ਹੈ। ਤੂੰ ਕੀਮਤ ਪੂਰੀ ਲੈ ਰਿਹਾ, ਅਗਲੇ ਦੀ ਸਾਰੀ ਜੀਵਨ ਦੀ ਕਮਾਈ ਲੈ ਲਈ ਹੈ, ਪਰ ਦਿੱਤਾ ਅਗਲੇ ਨੂੰ ਅੱਧਾ ਵੀ ਨਹੀਂ। ਫਿਰ ਦੁਨੀਆ ਨੂੰ ਦੱਸਦਾ, ਦੂਜਿਆਂ ਨੂੰ ਦੱਸਦਾ, ਦੋਸਤਾਂ ਦੇ ਨਾਲ ਪਾਰਟੀ ਕਰਦਾ, ਕਹਿਣ ਲੱਗਾ ਵੇਖਿਆ ਮੈਂ ਲਾਇਆ ਤੇ ਇੰਨੇ ਲੱਖ ਸੀ, ਪਰ ਕਮਾਇਆ ਉਹਦੇ ਵਿੱਚੋਂ ਇੰਨੇ ਲੱਖ ਹੈ। ਜਦੋਂ ਬੇਈਮਾਨੀ ਕਰੇਗਾ ਤੇ ਫਿਰ ਤੇ ਕੁਝ ਵੀ ਹੋਏਗਾ। ਤੇਰਾ ਵਪਾਰ ਵੀ ਝੂਠਾ ਹੈ। ਇਸ ਝੂਠੇ ਵਪਾਰ ਦਾ ਤੈਨੂੰ ਲੇਖਾ ਦੇਣਾ ਪੈਣਾ। ਤੇ ਵਪਾਰ ਇੰਨਾ ਭਾਰੀ ਹੋ ਗਿਆ ਦੁਨੀਆ ਦੇ ਉੱਪਰ ਵੀ ਕਿਸੇ ਤਬਕੇ ਨੂੰ ਵਪਾਰ ਨੇ ਛੱਡਿਆ ਨਹੀਂ। ਇੱਕ ਸਮਾਂ ਸੀ ਜਦੋਂ ਲੋਕ ਡਾਕਟਰ ਨੂੰ ਕਹਿੰਦੇ ਸਨ ਵੀ ਇਹ ਭਗਵਾਨ ਹੈ, ਇਹ ਦੂਜਾ ਰੱਬ ਹੈ ਦੁਨੀਆ ਦਾ, ਮੌਤ ਦੇ ਮੂੰਹ ਵਿੱਚੋਂ ਖਿੱਚ ਲਿਆਉਂਦਾ। ਤੇ ਅੱਜ ਵਪਾਰ ਕੀ ਹੋ ਗਿਆ? ਲੈਬੋਰਟਰੀ 'ਤੇ ਜਾਓ ਟੈਸਟ ਕਰਾਉਣ ਵਾਸਤੇ, ਉੱਥੇ ਵਪਾਰ ਹੈ, ਡਾਕਟਰ ਦੇ ਨਾਲ ਤਾਲਮੇਲ ਹੈ। ਡਾਕਟਰ ਦੇ ਕੋਲ ਜਾਓ, ਉਹਦਾ ਦਵਾਈਆਂ ਦੇ ਨਾਲ ਗਾਂ ਤਾਲਮੇਲ ਹੈ, ਸਟੋਰਾਂ ਦੇ ਨਾਲ ਗਾਂ ਤਾਲਮੇਲ ਹੈ। ਚੰਗੀ ਤਰ੍ਹਾਂ ਅਗਲੇ ਦੇ ਕੱਪੜੇ ਉਤਾਰੇ ਜਾਂਦੇ ਵੀ ਬਚੇ ਕੱਖ ਨਾ ਇਹਦੇ ਕੋਲ। ਬਿਮਾਰੀ ਨਿੱਕੀ ਜੀ ਹੈ, ਡਰਾਇਆ ਜਾਂਦਾ, ਹੁਣੇ ਦਾਖਲ ਹੋਵੇਂਗਾ ਤੇ ਜਾਨ ਤਾਂ ਬਚਣੀ ਹੈ, ਜੇ ਘਰੇ ਚਲਾ ਗਿਆ ਫਿਰ ਨਹੀਂ ਬਚਣੀ। ਤੇ ਜੇ ਕਿਸੇ ਨੇ ਕਹਿਤਾ ਨਾ ਵੀ ਮੈਂ ਹੁਣੇ ਨਹੀਂ ਹੋ ਸਕਦਾ, ਮੇਰੇ ਕੋਲ ਇੰਨੇ ਪੈਸੇ ਨਹੀਂ ਜਿੰਨੇ ਤੁਸੀਂ ਦੱਸਦੇ ਪਏ ਹੋ, ਪ੍ਰਬੰਧ ਕਰਨਾ ਪਵੇਗਾ। ਚੱਲ ਫਿਰ ਤੈਨੂੰ ਦਵਾਈ ਦਿੰਦੇ ਆ, ਹਫਤੇ ਤੱਕ ਦਵਾਈ ਖਾ ਤੇ ਪ੍ਰਬੰਧ ਕਰ ਤੇ ਸਾਡੇ ਕੋਲ ਆ ਜਾ। ਅਸੀਂ ਛੁਰੀਆਂ ਤਿੱਖੀਆਂ ਕੀਤੀਆਂ ਹੋਈਆਂ ਤੈਨੂੰ ਛਿੱਲਣ ਵਾਸਤੇ। ਤੇ ਜੇ ਕਿਸੇ ਨੇ ਆਖਿਆ ਵੀ ਨਹੀਂ ਹਫਤਾ ਨਹੀਂ, ਫਿਰ ਆਖਿਆ ਹੋਰ ਦਵਾਈ ਦੇਵਾਂਗੇ, ਚੱਲ ਤੂੰ ਮਹੀਨਾ ਕੱਢ ਜਾਵੇਂਗਾ। ਵੀ ਆਉਣਾ ਤੈਨੂੰ ਸਾਡੇ ਕੋਲ ਹੀ ਪੈਣਾ, ਤੈਨੂੰ ਸਮਾਂ ਥੋੜ੍ਹਾ ਦੇ ਦਿੰਦੇ, ਮੋਹਲਤ ਦੇ ਦਿੰਦੇ ਥੋੜ੍ਹੀ, ਹੈ ਤੇ ਵਪਾਰ ਹੀ ਨਾ। ਤੇ ਦੁਨੀਆ ਨੂੰ ਜੇ ਸੱਚ ਦੱਸ ਦਿੱਤਾ ਜਾਵੇ ਵੀ ਭਾਈ ਤੈਨੂੰ ਬਿਮਾਰੀ ਇਹ ਆ, ਇਹਦਾ ਇਲਾਜ ਇਸ ਤਰ੍ਹਾਂ ਹੋ ਸਕਦਾ, ਇਹ ਤੈਨੂੰ ਪਰਹੇਜ਼ ਕਰਨਾ ਪਵੇਗਾ, ਤਾਂ ਹੀ ਸੀ ਨਾ ਦੁਨੀਆ ਦਾ ਭਗਵਾਨ। ਪਰ ਵਪਾਰ ਨੇ ਇਹੋ ਜਿਹੀ ਮੱਤ ਮਾਰੀ, ਜਿਹਨੂੰ ਦੁਨੀਆ ਨੇ ਭਗਵਾਨ ਆਖਿਆ, ਉਹਨੇ ਆਖਿਆ ਮੈਂ ਤੇ ਹੁਣ ਦੁਨੀਆ ਨੂੰ ਲੁੱਟਣਾ ਹੈ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪਰ ਬਹੁਤ ਆਤ ਐਸੇ ਨੇ, ਸਾਰੇ ਨਹੀਂ ਇੱਕੋ ਜਿਹੇ। ਕੁਝ ਰੱਬ ਦਾ ਭੈ ਵਾਲੇ ਵੀ ਨੇ, ਰੱਬ ਦਾ ਡਰ ਵਾਲੇ ਵੀ ਨੇ, ਪਰ ਬਹੁਤ ਥੋੜ੍ਹੇ ਨੇ। ਵਪਾਰ ਦੀ ਗੱਲ ਚੱਲੀ ਸੀ, ਇਕੱਲਾ ਖੇਤੀ ਦਾ ਵਪਾਰ ਨਹੀਂ ਹੈ। ਵਪਾਰ ਅੱਜ ਕੱਲ੍ਹ ਦੁਨੀਆ 'ਤੇ ਇੰਨਾ ਭਾਰੂ ਪੈ ਗਿਆ, ਵਪਾਰੀ ਹੀ ਵਪਾਰੀ ਨੂੰ ਖਾਂਦਾ ਪਿਆ, ਦੇਸ਼ ਨੂੰ ਖਾਣ ਤੱਕ ਦੀ ਨੌਬਤ ਆ ਗਈ।